ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਾਰ ਜੋਰੀ ਨਾਮੋ ਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ। ਬੰਦੋਂ ਬਾਰ ਬਾਰ ਜਗਦੀਸਾ। ਤਨ ਮਨ ਤੇ ਜਰ ਗਇਓ ਵਿਸ਼ੇਸ਼। ਕ੍ਰੋਧ ਭਰੇ ਬੋਲਿਓ ਤੁਰਕੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਜੁਗੋ ਜੁਗ ਅਟਲ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਕੀਰਤਨ ਆਰਤੀ ਆਰਤਾ ਗੁਰਬਾਣੀ ਦੇ ਸ਼ਬਦ ਸਰਵਣ ਕੀਤੇ। ਇਸ ਵੇਲੇ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਦੀ ਜੋ ਕਥਾ ਲੜੀਵਾਰ ਪ੍ਰਸੰਗ ਦੇ ਅੰਦਰ ਸਰਵਣ ਕਰ ਰਹੇ ਹਾਂ। ਦਿੱਲੀ ਦੇ ਕੈਦਖਾਨੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠੇ ਹੋਏ। ਭਾਈ ਮਤੀ ਦਾਸ ਦੇਖ ਕੇ ਕਹਿਣ ਲੱਗੇ, ਮਹਾਰਾਜ ਆਗਿਆ ਦੇਵੋ, ਮੈਂ ਇਹਨਾਂ ਸਾਰੇ ਮੁਗਲਾਂ ਨੂੰ ਬੜੀ ਭਾਰੀ ਡਾਢੀ ਸਜ਼ਾ ਦੇਵਾਂਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੇ ਉਸ ਵੇਲੇ ਭਾਈ ਮਤੀ ਦਾਸ ਦੀਆਂ ਜਿਹੜੀਆਂ ਤਾਕਤਾਂ ਸਨ, ਜੋ ਸ਼ਕਤੀਆਂ ਸਨ, ਸੋ ਜੋ ਬਲ ਸੀ ਉਹ ਵਾਪਸ ਖਿੱਚ ਲਿਆ, ਆਪਣੇ ਕੋਲ ਰੱਖ ਲਿਆ। ਇਹ ਗੱਲ ਜਿਹੜੀ ਹੈ ਇੱਕ ਕਾਜੀ ਸੁਣਦਾ ਪਿਆ। ਕਾਜੀ ਨੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਦੱਸਿਆ ਕਿ ਗੁਰੂ ਤੇ ਕਰਾਮਾਤ ਵਿਖਾਉਣ ਨੂੰ ਤਿਆਰ ਨਹੀਂ ਹੈ, ਪਰ ਗੁਰੂ ਕਾ ਇੱਕ ਸਿੱਖ ਨਾਮ ਹੈ ਮਤੀ ਦਾਸ, ਉਹ ਕਰਾਮਾਤ ਵਿਖਾਉਣ ਨੂੰ ਤਿਆਰ ਹੈ। ਕਹਿਣ ਲੱਗਾ ਮੈਂ ਸਾਰਿਆਂ ਨੂੰ ਨਸ਼ਟ ਕਰ ਸਕਦਾ ਹਾਂ। ਹੁਣ ਕਿਵੇਂ ਇਹ ਕਾਜੀ ਦੱਸਦਾ ਔਰੰਗਜ਼ੇਬ ਨੂੰ, ਔਰ ਔਰੰਗਜ਼ੇਬ ਕੀ ਫੈਸਲਾ ਲਵੇਗਾ, ਇਹ ਅੱਜ ਆਪਾਂ ਇਤਿਹਾਸ ਹੁਣ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਸ਼ਰਧਾ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨ ਮਨ ਤੇ ਜਰ ਗਇਓ ਵਿਸ਼ੇਸ਼। ਸੋ ਇਹ ਜਿਹੜਾ ਕਾਜੀ ਹੈ ਉਸ ਵੇਲੇ ਇਸ ਨੇ ਜਾ ਕੇ ਦੱਸਿਆ, ਕਹਿਣ ਲੱਗਾ ਕਿ ਗੁਰੂ ਕਾ ਇੱਕ ਸਿੱਖ ਹੈ ਅਤੇ ਉਹ ਕਰਾਮਾਤ ਵਿਖਾਉਣੀ ਚਾਹੁੰਦਾ। ਉਹ ਕਹਿੰਦਾ ਹੈ ਕਿ ਮੈਂ ਆਪਣੀ ਤਾਕਤ ਦੇ ਨਾਲ ਸਾਰੇ ਮੁਗਲਾਂ ਨੂੰ ਖਤਮ ਕਰ ਦਿਆਂਗਾ। ਕੋਈ ਵੀ ਮੁਹੰਮਦ ਨੂੰ ਜਪਣ ਵਾਲਾ, ਉਹਦਾ ਪੈਰੋਕਾਰ ਦੁਨੀਆ 'ਤੇ ਨਹੀਂ ਰਹੇਗਾ। ਜਦੋਂ ਇਹ ਗੱਲ ਕਾਜੀ ਨੇ ਦੱਸੀ ਹੈ ਔਰੰਗਜ਼ੇਬ ਨੂੰ, ਤੇ ਕਹਿਣ ਲੱਗੇ ਔਰੰਗਜ਼ੇਬ ਤਨ ਕਰਕੇ ਮਨ ਕਰਕੇ ਸੜ ਗਿਆ। ਉਸੇ ਵੇਲੇ ਬੜੀ ਅੱਗ ਲੱਗੀ, ਬੜਾ ਗੁੱਸੇ ਵਿੱਚ ਆਇਆ। ਇਹ ਕੌਣ ਇਹੋ ਜਿਹਾ ਸਿੱਖ ਹੈ
ਜਿਹੜਾ ਐਸੀ ਗੱਲ ਕਰਦਾ ਹੈ, ਤਨ ਮਨ ਕਰਕੇ ਬੜਾ ਗੁੱਸੇ ਦੇ ਵਿੱਚ ਹੋਇਆ ਹੈ। ਕ੍ਰੋਧ ਭਰੇ ਬੋਲਿਓ ਤੁਰਕੇਸ਼। ਇਹ ਤੁਰਕਾਂ ਦਾ, ਮੁਗਲਾਂ ਦਾ ਜੋ ਰਾਜਾ ਔਰੰਗਜ਼ੇਬ ਹੈ, ਕਹਿਣ ਲੱਗੇ ਬੜੇ ਗੁੱਸੇ ਵਿੱਚ ਆ ਗਿਆ, ਆਪਣੀਆਂ ਅੱਖਾਂ ਲਾਲ ਕਰਕੇ ਬੜੇ ਗੁੱਸੇ ਦੇ ਨਾਲ ਗਰਜ ਕੇ ਉਸ ਵੇਲੇ ਔਰੰਗਜ਼ੇਬ ਫਿਰ ਇਸ ਤਰ੍ਹਾਂ ਕਹਿਣ ਲੱਗਾ ਹੈ। ਮਤੀ ਦਾਸ ਕੋ ਕੀਨ ਬੁਲਾਵਨ। ਉਸ ਵੇਲੇ ਮਤੀ ਦਾਸ ਨੂੰ ਬੁਲਾਇਆ ਗਿਆ, ਆਪਣੇ ਨੌਕਰਾਂ ਨੂੰ, ਸਿਪਾਹੀਆਂ ਨੂੰ, ਵਜ਼ੀਰਾਂ ਨੂੰ ਭੇਜਿਆ, ਕਹਿਣ ਲੱਗਾ ਜਾਓ ਮਤੀ ਦਾਸ ਨੂੰ ਬੁਲਾ ਕੇ ਲਿਆਓ, ਜਿਹੜਾ ਆਖਦਾ ਮੇਰੇ ਵਿੱਚ ਬੜੀ ਕਰਾਮਾਤ ਹੈ, ਬੜੀ ਤਾਕਤ ਹੈ। ਭਾਈ ਮਤੀ ਦਾਸ ਜੀ ਨੂੰ ਉਸ ਵੇਲੇ ਬੁਲਾਇਆ ਹੈ। ਦੋਏ ਤਖਤੇ ਮੈਂ ਕਰਿਓ ਬੰਧਾਵਨ। ਤੇ ਉਸ ਵੇਲੇ 2 ਤਖਤਿਆਂ ਦੇ ਉੱਪਰ, ਸੋ ਇੱਥੇ ਕਵੀ ਜੀਆਂ ਨੇ ਪ੍ਰਸੰਗ ਬੜਾ ਛੋਟੇ ਰੂਪ ਦੇ ਵਿੱਚ ਲਿਖਿਆ ਵੀ ਮਤੀ ਦਾਸ ਵਿੱਚ ਕਿੰਨੀ ਕੁ ਕਰਾਮਾਤ ਹੈ, ਕਿੰਨੀ ਕੁ ਤੇਰੇ ਵਿੱਚ ਤਾਕਤ ਹੈ, ਜੋ ਤੂੰ ਕਹਿੰਦਾ ਹੈ ਕਿ ਮੈਂ ਸਾਰੇ ਤੁਰਕਾਂ ਨੂੰ, ਮੁਗਲਾਂ ਨੂੰ ਨਾਸ ਕਰਾਂਗਾ, ਉਹ ਦੱਸ ਤੇਰੇ ਕੋਲ ਤਾਕਤ ਆਈ ਕਿੱਥੋਂ ਹੈ। ਤੇ ਭਾਈ ਮਤੀ ਦਾਸ ਜੀ ਉਸ ਵੇਲੇ ਕਹਿਣ ਲੱਗੇ, ਬੋਲ ਕੇ ਦੱਸਣ ਲੱਗੇ, ਕਹਿੰਦੇ ਔਰੰਗਜ਼ੇਬ ਇਹ ਗੁਰੂ ਘਰ ਦੀ ਸੇਵਾ ਕਰਕੇ ਮੈਨੂੰ ਇਹ ਤਾਕਤ, ਮੈਨੂੰ ਇਹ ਬਲ ਪ੍ਰਾਪਤ ਹੋਇਆ, ਤੇ ਮੈਂ ਤੇ ਗੁਰੂ ਕਾ ਇੱਕ ਨਿਮਾਣਾ ਸਿੱਖ ਹਾਂ, ਪਰ ਗੁਰੂ ਘਰ ਦੇ ਤੇ ਕੁੱਤਿਆਂ ਦੇ ਵਿੱਚ ਵੀ ਕਰਾਮਾਤ ਹੈ। ਮੈਂ ਤੇ ਫਿਰ ਵੀ ਸਿੱਖ ਹਾਂ ਮਹਾਰਾਜ ਦਾ, ਜਿਉਂਦਾ ਜਾਗਦਾ, ਬੋਲਦਾ ਸੁਣਦਾ, ਪਰ ਜਿਹੜੇ ਗੁਰੂ ਘਰ ਦੇ ਕੂਕਰ ਨੇ ਨਾ, ਦਰਵਾਜ਼ੇ ਤੇ ਬੈਠਣ ਵਾਲੇ, ਜਿਹੜੇ ਰਾਤ ਨੂੰ ਪਹਿਰਾ ਦਿੰਦੇ ਗੁਰੂ ਦੇ ਦਰਬਾਰ ਦੇ ਵਿੱਚ, ਗੁਰੂ ਦੇ ਘਰ ਦੇ ਅੰਦਰ ਪਹਿਰਾ ਦੇਣ ਵਾਲੇ, ਸੇਵਾ ਕਰਨ ਵਾਲੇ, ਕਾਜੀ ਬੁਲਾਇਆ ਗਿਆ। ਤੇ ਕਾਜੀ ਨੇ ਆ ਕੇ ਉਸ ਵੇਲੇ ਆਖਿਆ, ਕਾਜੀ ਨੂੰ ਪੁੱਛਿਆ ਗਿਆ, ਜਿਵੇਂ ਅੱਜ ਜੱਜ ਫੈਸਲਾ ਸੁਣਾਉਂਦਾ ਨਾ ਸਜ਼ਾ ਦੇਣ ਦਾ, ਉਸ ਵੇਲੇ ਦਾ ਜੱਜ ਕਾਜੀ ਹੈ। ਕਾਜੀ ਨੂੰ ਪੁੱਛਿਆ ਗਿਆ ਵੀ ਇਹ ਸ਼ਰ੍ਹਾ ਵਿੱਚ ਨਹੀਂ ਆਉਂਦਾ, ਇਹ ਹੁਕਮ ਨਹੀਂ ਮੰਨਦਾ, ਇਹਨੂੰ ਕਿਹੜੀ ਸਜ਼ਾ ਦਿੱਤੀ ਜਾਵੇ। ਤੇ ਕਾਜੀ ਨੇ ਫਤਵਾ ਲਾਇਆ, ਕਹਿਣ ਲੱਗਾ ਵੀ ਲੱਕੜ ਦੇ 2 ਤਖਤਿਆਂ ਵਿੱਚ ਇਸ ਨੂੰ ਬੰਨ੍ਹ ਕੇ ਤੇ ਫਿਰ ਇਹਦੇ ਸਿਰ ਦੇ ਉੱਪਰ ਆਰਾ ਚਲਾਇਆ ਜਾਵੇ। ਲੱਕੜੀ ਦੇ ਵਾਂਗ ਇਹਦੇ ਸੀਸ ਤੇ ਆਰਾ ਚੱਲੇ, ਇਹਦਾ ਸਰੀਰ ਦਾ ਅੱਧਾ ਹਿੱਸਾ ਇੱਕ ਪਾਸੇ, ਅੱਧਾ ਹਿੱਸਾ ਇੱਕ ਪਾਸੇ, ਵਿੱਚੋਂ ਕਾਰੋਂ ਜਿੱਥੇ ਰੀੜ੍ਹ ਦੀ ਹੱਡੀ ਹੈ, ਨੱਕ ਤੋਂ ਲੈ ਕੇ ਅੱਖਾਂ ਦੇ ਵਿੱਚੋਂ ਦੀ ਕਾਰ ਦੀ, ਇਸ ਤਰ੍ਹਾਂ ਆਰਾ ਚਲਾ ਕੇ ਇਹਦੇ 2 ਟੋਟੇ ਕੀਤੇ ਜਾਣ। ਜਦੋਂ ਕਾਜੀ ਨੇ ਫਤਵਾ ਲਾਇਆ ਵੀ ਇਸ ਨੂੰ ਚੀਰਿਆ ਜਾਣਾ ਹੈ, ਵਾਪਸ ਜੇਲ੍ਹ ਦੇ ਵਿੱਚ ਗਏ ਮਤੀ ਦਾਸ ਜੀ। ਉਸ ਵੇਲੇ ਇਸ਼ਨਾਨ ਪਾਣ ਕੀਤਾ, ਤਿਆਰ ਹੋਏ। ਸ਼ਹੀਦੀ ਦਾ ਦਿਨ, ਜਿਸ ਦਿਨ ਸ਼ਹੀਦ ਹੋਣਾ, ਉਹ ਦਿਨ ਆ ਗਿਆ। ਤੇ ਉਸ ਵੇਲੇ ਭਾਈ ਮਤੀ ਦਾਸ ਜੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਸਾਹਿਬ ਜੀ ਤੁਹਾਡਾ ਹੁਕਮ ਸੀ ਵੀ ਕਰਾਮਾਤ ਨਹੀਂ ਵਿਖਾਉਣੀ ਹੈ, ਮੈਂ ਤੁਹਾਡੇ ਹੁਕਮ ਨੂੰ ਪਾਲਿਆ, ਕਰਾਮਾਤ ਤੇ ਮੈਂ ਨਹੀਂ ਵਿਖਾਈ, ਪਰ ਮਹਾਰਾਜ ਮੇਰੇ ਤੇ ਪਰਚਾ ਬੜਾ ਭਾਰੀ ਪੈ ਗਿਆ ਹੈ। ਸਤਿਗੁਰੂ ਕਹਿਣ ਲੱਗੇ ਕਿਹੜਾ ਪਰਚਾ ਪਿਆ ਹੈ? ਕਹਿਣ ਲੱਗੇ ਜੀ ਆਰੇ ਨਾਲ ਚੀਰੇ ਜਾਣ ਦਾ ਹੁਕਮ ਹੋਇਆ ਕਾਜੀ ਦੇ ਵੱਲੋਂ, ਹੁਣ ਮੈਨੂੰ ਆਰੇ ਦੇ ਨਾਲ ਚੀਰਿਆ ਜਾਣਾ ਹੈ, ਪਰ ਪਾਤਸ਼ਾਹ ਜੀ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਵੇ, ਮੈਂ 100 ਦੇ ਵਿੱਚੋਂ 100 ਨੰਬਰ ਲੈ ਕੇ ਪਾਸ ਹੋਣਾ ਚਾਹੁੰਦਾ, ਮੈਨੂੰ 99 ਨੰਬਰ ਵੀ ਮਨਜ਼ੂਰ ਨਹੀਂ, ਪੂਰੇ ਨੰਬਰ ਲੈ ਕੇ ਮੈਂ ਪਾਸ ਹੋਣਾ ਹੈ, ਇਹ ਮੇਰੇ ਤੇ ਕਿਰਪਾ ਕਰੋ। ਗੁਰਮੁਖੋ ਸਿੱਖ ਇਤਿਹਾਸ ਨੂੰ ਪੜ੍ਹੀਏ ਨਾ, ਸਾਰਿਆਂ ਤੋਂ ਪਹਿਲਾਂ ਸ਼ਹੀਦੀ ਜਿਹੜੀ ਹੈ, ਸ਼ਾਂਤਮਈ ਸ਼ਹੀਦੀ ਜਿਹੜੀ ਹੈ, ਉਹ ਸਿੱਖ ਧਰਮ ਦੇ ਵਿੱਚ ਮਤੀ ਦਾਸ ਦੀ ਹੋਈ ਹੈ। ਮਤੀ ਦਾਸ ਤੋਂ ਪਹਿਲਾਂ ਸ਼ਾਂਤਮਈ ਤਰੀਕੇ ਦੇ ਨਾਲ ਸਿੱਖ ਕੋਈ ਨਹੀਂ ਸ਼ਹੀਦ ਹੋਇਆ।
ਤੇ ਗੁਰੂਆਂ ਦੇ ਵਿੱਚੋਂ ਸ਼ਾਂਤਮਈ ਸ਼ਹੀਦੀ ਹੋਈ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ। ਗੁਰੂ ਅਰਜਨ ਦੇਵ ਮਹਾਰਾਜ ਦੇ ਜਿਹੜੇ ਨਾਲ ਸਿੱਖ ਗਏ ਸਨ ਉਹਨਾਂ ਨੂੰ ਸ਼ਹੀਦੀ ਨਹੀਂ ਪ੍ਰਾਪਤ ਹੋਈ, ਉਹ ਵਾਪਸ ਆ ਗਏ ਸਨ ਅੰਮ੍ਰਿਤਸਰ ਦੀ ਧਰਤੀ ਤੇ। ਕੇਵਲ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋਏ। ਹਾਂ, ਸਜ਼ਾ ਜ਼ਰੂਰ ਉਹਨਾਂ ਨੂੰ ਦਿੱਤੀ ਗਈ, ਕੁੱਟਿਆ ਮਾਰਿਆ ਜ਼ਰੂਰ ਗਿਆ ਸੀ ਉਹ ਸਿੱਖ ਜਿਹੜੇ ਪੰਜ ਮਹਾਰਾਜ ਦੇ ਨਾਲ ਗਏ। ਛੇਵੇਂ ਪਾਤਸ਼ਾਹ ਮਹਾਰਾਜ ਨੇ ਜੰਗ ਕੀਤੇ, ਜੰਗ ਦੇ ਵਿੱਚ ਲੜਦਿਆਂ ਜ਼ਰੂਰ ਸਿੱਖ ਸ਼ਹੀਦ ਹੋਏ ਨੇ, ਪਰ ਸ਼ਾਂਤ ਤਰੀਕੇ ਦੇ ਨਾਲ ਸ਼ਹੀਦ ਹੋ ਜਾਣਾ, ਸ਼ਹੀਦੀ ਪ੍ਰਾਪਤ ਕਰਨੀ, ਉਹ ਭਾਈ ਮਤੀ ਦਾਸ ਜੀਆਂ ਨੂੰ ਇਹ ਦਾਤ ਜਿਹੜੀ ਹੈ ਨਾ ਇਹ ਸਤਿਗੁਰਾਂ ਨੇ ਬਖਸ਼ੀ ਹੈ। ਸਿੱਖਾਂ ਦੇ ਵਿੱਚੋਂ ਮਤੀ ਦਾਸ ਦੀ ਪਹਿਲੀ ਸ਼ਹੀਦੀ ਹੈ ਜਿਹੜੀ ਸ਼ਾਂਤਮਈ ਤਰੀਕੇ ਨਾਲ ਬਿਨਾਂ ਕਿਸੇ ਲੜਾਈ ਝਗੜੇ ਤੋਂ ਉਹਨਾਂ ਨੇ ਕੁਰਬਾਨੀ ਕੀਤੀ ਹੈ। ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਸਿੱਖ ਦਾ ਮਹਿਲ ਤਿਆਰ ਹੋਣ ਲੱਗਾ, ਸਿੱਖੀ ਦਾ ਮਹਿਲ ਤਿਆਰ ਹੋਣ ਲੱਗਾ, ਮੇਰੇ ਤਨ ਰੂਪੀ ਇਹ ਇੱਟ ਲੱਗਣ ਲੱਗੀ ਹੈ, ਮੈਂ ਚਾਹੁੰਦਾ ਕਿ ਮੇਰੇ ਤਨ ਦੀ ਸਾਬਤੀ ਇੱਟ ਲੱਗੇ, ਮੈਂ ਸਿੱਖੀ ਸਿਦਕ ਵਿੱਚ ਡੋਲਾ ਨਾ। ਮਹਾਰਾਜ ਕਿਰਪਾ ਕਰੋ, ਮੈਂ ਪੂਰੇ ਨੰਬਰ ਲੈ ਕੇ ਪਾਸ ਹੋਣੇ ਚਾਹੁੰਦਾ, ਆਪ ਜੀ ਐਸੀ ਮੇਰੇ ਤੇ ਉੱਪਰ ਬਖਸ਼ਿਸ਼ ਕਰੋ। ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਨਾ, ਆਪਾਂ ਕਈ ਵਾਰ ਵੇਖਦੇ ਜਿੱਥੇ ਬਹੁਤ ਜ਼ਿਆਦਾ ਲੋਕਾਂ ਦਾ ਅਤਿਆਚਾਰ ਹੁੰਦਾ, ਆਪਾਂ ਵੇਖਦੇ ਹੱਤਿਆ ਕੀਤੀ ਜਾਂਦੀ, ਮੰਤਰ ਪੜ੍ਹ ਕੇ ਉਹਨਾਂ ਦੀਆਂ ਗਰਦਨਾਂ ਕੱਟੀਆਂ ਜਾਂਦੀਆਂ, ਤੜਫਦੀਆਂ ਗਰਦਨਾਂ ਸਾਨੂੰ ਅੱਜ ਦਿਸਦੀਆਂ, ਉਹਨਾਂ ਦੇ ਸਰੀਰਾਂ ਨੂੰ ਤੜਫਾ ਕੇ ਮਾਰਿਆ ਜਾਂਦਾ। ਅਸੀਂ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਵੇਖ ਕੇ ਵੀ ਇਹ ਕਿਹੋ ਜਿਹੇ ਲੋਕ ਨੇ। ਪਰ ਗੁਰਮੁਖੋ ਇਹ ਤੇ ਅੱਜ ਅਸੀਂ ਵੇਖਦੇ ਪਏ ਹਾਂ। ਪਰ ਇੱਕ ਮਨੁੱਖ ਨੂੰ ਆਰੀ ਨਾਲ ਚੀਰਨਾ, ਤੁਸੀਂ ਦੁਨੀਆ ਦਾ ਕੋਈ ਗ੍ਰੰਥ ਪੜ੍ਹ ਕੇ ਵੇਖ ਲਓ, ਕੋਈ ਇਤਿਹਾਸ ਪੜ੍ਹ ਕੇ ਵੇਖ ਲਓ, ਕਿਸੇ ਗ੍ਰੰਥ ਵਿੱਚ ਕਿਸੇ ਇਤਿਹਾਸ ਵਿੱਚ ਇਹ ਨਹੀਂ ਮਿਲੇਗਾ ਕਿ ਕਿਸੇ ਮਨੁੱਖ ਨੂੰ ਵੀ ਲੱਕੜ ਦੇ ਵਾਂਗ ਚੀਰਿਆ ਗਿਆ ਹੋਵੇ, ਨਹੀਂ ਚੀਰਿਆ ਜਾਂਦਾ। ਇੱਕ ਕੇਵਲ ਸਿੱਖ ਬਾਤੀ ਇਹੋ ਜਿਹਾ ਹੈ, ਔਰ ਭਾਈ ਮਤੀ ਦਾਸ ਇਹੋ ਜਿਹਾ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੂੰ ਆਰੇ ਦੇ ਨਾਲ ਲੱਕੜੀ ਦੇ ਵਾਂਗ ਚੀਰਿਆ ਗਿਆ। ਸੋ ਐਸੀ ਕੁਰਬਾਨੀ ਹੋਣ ਲੱਗੀ ਹੈ ਗੁਰੂ ਕੇ ਸਿੱਖ ਦੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਮੈਂ ਆਪ ਜੀ ਦਾ ਸਿੱਖ ਸ਼ਹੀਦੀ ਨੂੰ ਪ੍ਰਾਪਤ ਹੋਣ ਲੱਗਾ, ਆਪ ਜੀ ਕਿਰਪਾ ਕਰੋ ਮੇਰੀ ਸ਼ਹੀਦੀ ਚੜ੍ਹਦੀ ਕਲਾ ਦੇ ਵਿੱਚ ਹੋਵੇ, ਕਿਉਂਕਿ ਤੁਹਾਡੇ ਹੁਕਮ ਤੋਂ ਬਾਹਰ ਹੀ ਕੁਝ ਨਹੀਂ ਹੈ। ਤੁਸੀਂ ਕਿਰਪਾ ਕਰੋਗੇ ਸ਼ਹੀਦੀ ਵੀ ਤਾਂ ਪ੍ਰਾਪਤ ਹੁੰਦੀ ਹੈ, ਕਿਉਂਕਿ ਸ਼ਹੀਦ ਜਿਹੜਾ ਹੈ ਨਾ ਉਹ 84 ਲੱਖ ਜੂਨਾਂ ਤੋਂ ਮੁਕਤ ਹੋ ਜਾਂਦਾ। ਇਹ 84 ਲੱਖ ਜੂਨਾਂ ਤੋਂ ਮੁਕਤੀ ਸ਼ਹੀਦ ਨੂੰ ਪ੍ਰਾਪਤ ਹੁੰਦੀ ਹੈ ਜਾਂ ਫਿਰ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੁੰਦੀ ਹੈ। ਮਹਾਰਾਜ ਇਹ ਟੁੱਟ ਕੇ ਤੁਸੀਂ ਮੈਨੂੰ ਦਾਤ ਦੇਣ ਲੱਗੇ ਹੋ, ਮੁਕਤ ਕਰਨ ਲੱਗੇ ਹੋ, ਪਰ ਸ਼ਹੀਦੀ ਮੇਰੀ ਚੜ੍ਹਦੀ ਕਲਾ ਵਿੱਚ ਹੋਵੇ, ਮੈਂ ਡੋਲ ਨਾ ਜਾਵਾਂ, ਚੜ੍ਹਦੀ ਕਲਾ ਦੇ ਵਿੱਚ ਹੋਵੇ। ਤੇ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ, ਕਹਿਣ ਲੱਗੇ ਮਤੀ ਦਾਸ ਜਦੋਂ ਤੇਰੀ ਸ਼ਹੀਦੀ ਹੋਵੇਗੀ ਨਾ ਉਸ ਵੇਲੇ ਜਪਜੀ ਸਾਹਿਬ ਦਾ ਪਾਠ ਆਪਣੇ ਮੁਖ ਤੋਂ ਕਰਨਾ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਜੋ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਨ ਵਾਲੀ ਹੈ, ਐਸੀ ਬਾਣੀ ਦਾ ਪਾਠ ਆਪਣੇ ਮੁਖ ਤੋਂ ਕਰੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣੀ, ਤੈਨੂੰ ਚੜ੍ਹਦੀ ਕਲਾ ਦੀ ਅਵਸਥਾ ਪ੍ਰਾਪਤ ਹੋਵੇਗੀ, ਚੜ੍ਹਦੀ ਕਲਾ ਦੀ ਸ਼ਹੀਦੀ ਨੂੰ ਪ੍ਰਾਪਤ ਹੋਵੇਗਾ। ਭਾਈ ਮਤੀ ਦਾਸ ਜੀਆਂ ਨੇ ਸੁਣਿਆ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦਾ। ਉਸ ਵੇਲੇ ਬਚਨ ਕਮਾਉਣ ਵਾਸਤੇ ਗੁਰੂ ਕੇ ਸਿੱਖ ਦਾ ਅੱਜ ਸ਼ਹੀਦੀ ਦਿਹਾੜਾ ਆ ਗਿਆ। ਉਸ ਵੇਲੇ ਸ਼ਹੀਦ ਕਰਨ ਵਾਸਤੇ ਫਿਰ ਇਹ ਜਿਹੜੇ ਮੁਗਲ ਨੇ, ਸਿਪਾਹੀ ਨੇ, ਜੋ ਜਲਾਦ ਵਗੈਰਾ ਸਨ, ਉਹ ਸਾਰੇ ਉਸ ਜਗ੍ਹਾ 'ਤੇ ਪਹੁੰਚੇ ਜਿੱਥੇ ਭਾਈ ਮਤੀ ਦਾਸ ਦੀ ਸ਼ਹੀਦੀ ਹੋਣ ਲੱਗੀ ਹੈ। ਇਸ ਤਰ੍ਹਾਂ ਮਹਾਰਾਜ ਜੀ ਮਤੀ ਦਾਸ ਤੇ ਬਖਸ਼ਿਸ਼ ਕਰਦੇ ਹਨ। ਹੁਕਮ ਜਲਾਦਨ ਤਬਹਿ ਉਚਾਰਾ। ਉਸ ਵੇਲੇ ਜਿਹੜੇ ਜਲਾਦ ਸਨ ਮਾਰਨ ਵਾਲੇ, ਉਹਨਾਂ ਜਲਾਦਾਂ ਨੂੰ ਹੁਕਮ ਹੋਇਆ ਕਾਜੀ ਦਾ, ਇਸ ਦਿਨ ਨੂੰ ਇਸ ਟਾਈਮ ਨੂੰ ਇੰਨੇ ਵਜੇ ਇਸ ਨੂੰ ਆਰੇ ਨਾਲ ਚੀਰਨਾ ਹੈ। ਜਦੋਂ ਕਾਜੀ ਦਾ ਹੁਕਮ ਹੋਇਆ, ਮੰਨ ਲਓ ਜੱਜ ਦਾ ਹੀ ਹੁਕਮ ਹੋ ਗਿਆ, ਉਸ ਵੇਲੇ ਉਹ ਜਿਹੜੇ ਜਲਾਦ ਸਨ ਉਹ ਤਿਆਰ ਹੋਏ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਵਾਸਤੇ। ਲੈ ਆਰਾ ਸਿਰ ਪਰ ਤਿਸਧਾਰਾ। ਉਸ ਵੇਲੇ ਭਾਈ ਮਤੀ ਦਾਸ ਜੀਆਂ ਨੂੰ ਫਿਰ ਲੱਕੜਾਂ ਦੇ ਨਾਲ ਬੱਧਾ ਗਿਆ, ਲੱਕੜਾਂ ਦੇ ਨਾਲ ਬੰਨ੍ਹ ਕੇ ਬਾਹਾਂ ਜਿਹੜੀਆਂ ਸਾਈਡਾਂ 'ਤੇ ਬੰਨੀਆਂ ਗਈਆਂ, ਅੱਗੇ ਪਿੱਛੇ ਤਖਤੇ ਜਿਹੜੇ ਸਨ ਕਿੱਲ ਲਾ ਕੇ ਇੱਕ ਦੂਜੇ ਨਾਲ ਜੋੜੇ ਗਏ ਤਾਂ ਕਿ ਜਦੋਂ ਸਰੀਰ ਤੜਫੇਗਾ ਹਿੱਲੇ ਨਾ, ਕਿਤੇ ਇੱਧਰ ਉੱਧਰ ਨਾ ਹੋ ਜਾਵੇ। ਉਸ ਵੇਲੇ ਤਖਤੇ ਲਾ ਕੇ ਚੰਗੀ ਤਰ੍ਹਾਂ ਉਸ ਨੂੰ ਬੰਦ ਕੀਤਾ ਗਿਆ, ਬੰਨ੍ਹਿਆ ਗਿਆ। ਉਸ ਵੇਲੇ ਕਾਜੀ ਆਇਆ, ਕਹਿਣ ਲੱਗਾ ਮਤੀ ਦਾਸ ਦੱਸ ਤੇਰੀ ਕੀ ਇੱਛਾ ਹੈ, ਕੋਈ ਇੱਛਾ ਹੈ ਤੇ ਪੂਰੀ ਕਰੀਏ, ਕਿਉਂਕਿ ਮਰਨ ਵਾਲੇ ਦੀ ਆਖਰੀ ਇੱਛਾ ਅਸੀਂ ਤੈਨੂੰ ਪੁੱਛਦੇ ਪਏ। ਜਦੋਂ ਭਾਈ ਮਤੀ ਦਾਸ ਨੇ ਸੁਣਿਆ ਨਾ ਬਚਨ ਗੁਰਮੁਖੋ, ਉਸ ਵੇਲੇ ਭਾਈ ਮਤੀ ਦਾਸ ਕਹਿਣ ਲੱਗੇ ਮੇਰੀ ਇੱਕ ਇੱਛਾ ਹੈ, ਜੇ ਉਹ ਪੂਰੀ ਕਰ ਦੇਵੋ ਤੇ ਬੜੀ ਵਧੀਆ ਗੱਲ ਹੋਵੇਗੀ। ਕਾਜੀ ਇਹ ਬਚਨ ਸੁਣ ਕੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਹੋ ਸਕਦਾ ਸਿੱਖ ਮੌਤ ਤੋਂ ਡਰ ਗਿਆ ਹੋਵੇ, ਤਾਂ ਹੀ ਇਹ ਕਹਿੰਦਾ ਵੀ ਮੇਰੀ ਆਖਰੀ ਇੱਛਾ ਪੂਰੀ ਕਰੋ।
ਹੋ ਸਕਦਾ ਸਾਡੇ ਕੋਲੋਂ ਆਜ਼ਾਦੀ ਮੰਗਦਾ ਹੋਵੇ, ਹੋ ਸਕਦਾ ਸਾਡੇ ਕੋਲੋਂ ਜ਼ਿੰਦਗੀ ਦੀ ਭੀਖ ਮੰਗਣ ਲੱਗਾ ਹੋਵੇ, ਜਾਂ ਹੋ ਸਕਦਾ ਹੈ ਕਿ ਇਸਲਾਮ ਕਬੂਲ ਕਰਨ ਲੱਗਾ ਹੋਵੇ। ਕਾਜੀ ਨੇ ਖੁਸ਼ ਹੋ ਕੇ ਪੁੱਛਿਆ, ਕਹਿਣ ਲੱਗਾ ਦੱਸ ਕੀ ਤਮੰਨਾ ਹੈ, ਜੋ ਤੂੰ ਕਹੇਂਗਾ ਉਹ ਪੂਰੀ ਕਰ ਦਿਆਂਗੇ। ਤੇ ਭਾਈ ਮਤੀ ਦਾਸ ਜੀ ਕਹਿਣ ਲੱਗੇ, ਜਦੋਂ ਮੇਰੇ ਸੀਸ ਤੇ ਆਰਾ ਚੱਲੇ, ਮੇਰਾ ਮੁਖ ਮੇਰੇ ਗੁਰੂ ਦੇ ਪਿੰਜਰੇ ਵੱਲ ਹੋਵੇ, ਜਿੱਥੇ ਮੇਰੇ ਗੁਰੂ ਪਾਤਸ਼ਾਹ ਬੈਠੇ ਨਾ, ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ, ਮੇਰੇ ਸੀਸ ਤੇ ਆਰਾ ਚੱਲੇ, ਮੇਰੀ ਸ਼ਹੀਦੀ ਹੁੰਦਿਆਂ ਹੁੰਦਿਆਂ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਦਾ ਰਹਾਂ। ਇਹ ਮੈਨੂੰ ਜਿਹੜੀ ਹੈ, ਇਹ ਮੇਰੀ ਆਖਰੀ ਇੱਛਾ ਹੈ ਕਿ ਜਿੰਨਾ ਚਿਰ ਮੇਰੇ ਨੇਤਰ ਇਹ ਜਗਦੇ ਪਏ ਨੇ, ਇਹਨਾਂ ਵਿੱਚੋਂ ਦਿਸਦਾ ਹੈ, ਉਹਨਾਂ ਚਿਰ ਮੈਂ ਆਪਣੇ ਗੁਰੂ ਦੇ ਦਰਸ਼ਨ ਕਰ ਲਵਾਂ। ਜਦੋਂ ਇਹ ਬਚਨ ਸੁਣਿਆ, ਕਾਜੀ ਨੂੰ ਬੜੀ ਅੱਗ ਲੱਗੀ ਹੈ, ਬੜਾ ਗੁੱਸਾ ਆਇਆ। ਅਸੀਂ ਤੇ ਇਹਨੂੰ ਕਤਲ ਕਰਦੇ ਪਏ ਹਾਂ, ਤੜਫਾਉਂਦੇ ਪਏ ਹਾਂ, ਪਰ ਇਹ ਹਾਲੇ ਵੀ ਗੁਰੂ ਦੇ ਦਰਸ਼ਨਾਂ ਨੂੰ ਚਾਹੁੰਦਾ ਹੈ। ਭਾਈ ਮਤੀ ਦਾਸ ਜੀਆਂ ਦਾ ਮੂੰਹ ਜਿਹੜਾ ਸੀ ਉਸ ਵੇਲੇ ਉਸ ਪਾਸੇ ਨੂੰ ਕੀਤਾ ਗਿਆ, ਜਿਸ ਪਾਸੇ ਨੂੰ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਪਿੰਜਰੇ ਵਿੱਚ ਬੈਠੇ ਹੋਏ। ਜਦੋਂ ਸੀਸ ਤੇ ਆਰਾ ਰੱਖਿਆ, ਕਹਿਣ ਲੱਗੇ, ਭਾਈ ਸਾਹਿਬ ਜੀਆਂ ਨੇ ਆਪਣੇ ਮੁਖ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਯਾਦ ਕਰਦਿਆਂ ਹੋਇਆਂ ਬਚਨ ਆਖਿਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋਇਆ। ਕਈ ਵਾਰੀ ਸਾਡੇ ਮਨ ਵਿੱਚ ਵਿਚਾਰ ਆ ਜਾਂਦੀ ਹੈ ਕਿ ਗੁਰੂ ਪਾਤਸ਼ਾਹ ਨੇ ਇਹ ਕੰਮ ਆਪ ਕੀਤਾ, ਪਰ ਸਾਨੂੰ ਹੋਰ ਕੁਝ ਵਿਖਾ ਦਿੱਤਾ। ਜਿਵੇਂ ਅੱਜ ਲੋਕੀ ਕਈ ਭਰਮ ਪੈਦਾ ਕਰ ਦਿੰਦੇ ਵੀ ਗੁਰੂ ਪਾਤਸ਼ਾਹ ਨੇ ਜਦੋਂ 5 ਸਿੱਖਾਂ ਦੇ ਸੀਸ ਲਏ ਸਨ, ਉਦੋਂ ਸੀਸ ਨਹੀਂ ਲਏ, ਮਹਾਰਾਜ ਨੇ ਕੇਵਲ ਦਿਖਾਵਾ ਹੀ ਵਿਖਾਇਆ ਹੈ। ਉਹ ਤੇ ਮਹਾਰਾਜ ਨੇ ਕੋਈ ਭਰਮ ਬਣਾ ਦਿੱਤਾ। ਉਸ ਵੇਲੇ ਬੱਕਰੇ ਵਗੈਰਾ ਵੱਢ ਦਿੱਤੇ। ਕੁਝ ਲੋਕ ਇਹੋ ਜਿਹੀ ਤਰਕ ਜਿਹੜੇ ਮਨਮੁਖੀਏ ਨੇ, ਮਨਮਤੀਏ, ਉਹ ਗੱਲ ਕਰ ਦਿੰਦੇ। ਪਰ ਗੁਰਮੁਖੋ, ਗੁਰੂ ਨੇ ਜਿਹੜਾ ਮੰਤਰ ਸਿੱਖ ਨੂੰ ਦਿੱਤਾ ਹੈ, ਉਸੇ ਮੰਤਰ ਨੂੰ ਆਪ ਵੀ ਜਪਿਆ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋਵੇਗੀ ਨਾ, ਉੱਥੇ ਵੀ ਆਪਾਂ ਬਚਨ ਸਰਵਣ ਕਰਾਂਗੇ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪ 5 ਪਾਠ ਸ੍ਰੀ ਜਪਜੀ ਸਾਹਿਬ ਦੇ ਚਾਂਦਨੀ ਚੌਕ ਦੇ ਵਿੱਚ ਬੈਠ ਕੇ ਕੀਤੇ ਅਤੇ ਫਿਰ ਸ਼ਹੀਦੀ ਨੂੰ ਪ੍ਰਾਪਤ ਹੋਏ। ਉਸੇ ਬਾਣੀ ਦਾ ਉਪਦੇਸ਼ ਮਹਾਰਾਜ ਜੀ ਮਤੀ ਦਾਸ ਨੂੰ ਦਿੰਦੇ ਪਏ ਕਿ ਜੋ ਬਚਨ ਅਸੀਂ ਕਮਾਉਣਾ ਹੈ, ਉਹੀ ਬਚਨ ਸਿੱਖਾ ਤੂੰ ਕਮਾਉਣਾ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਜਪਜੀ ਸਾਹਿਬ ਦਾ ਪਾਠ ਆਖਿਆ, ਤੇ ਭਾਈ ਮਤੀ ਦਾਸ ਜੀ ਉਸ ਵੇਲੇ ਕਹਿਣ ਲੱਗੇ ਵੀ ਆਪਣੇ ਮੁਖ ਤੋਂ ਫਿਰ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਹਨ। ਅਰਧ ਚਿਰਾਏ ਸੋ ਡਰ, ਤੇ ਕਹਿਣ ਲੱਗੇ ਵੀ ਸੀਸ ਦੇ ਉੱਪਰ ਨਾ ਜਲਾਦਾਂ ਨੇ ਆਰਾ ਰੱਖ ਦਿੱਤਾ। ਇੱਕ ਜਲਾਦ ਅੱਗੇ ਖੜ ਗਿਆ, ਇੱਕ ਪਿੱਛੇ ਖੜ ਗਿਆ। ਇੱਕ ਨੇ ਆਰਾ ਅੱਗੋਂ ਫੜ ਲਿਆ, ਇੱਕ ਨੇ ਪਿੱਛੋਂ ਫੜ ਲਿਆ। ਆਰੇ ਨੂੰ ਬੜੀ ਛੇਤੀ ਨਾਲ ਨਹੀਂ ਚਲਾਉਂਦੇ ਵੀ ਛੇਤੀ ਨਾਲ ਚਲਾ ਕੇ ਤੇ ਮੁਕਾ ਦਈਏ, ਨਿਬੇੜ ਦਈਏ, ਨਹੀਂ, ਹੌਲੀ ਹੌਲੀ ਆਰਾ ਚੱਲਦਾ ਕਿ ਇਹ ਤੜਫੇ। ਜਿਵੇਂ ਜਿਵੇਂ ਇਹਨੂੰ ਪੀੜ ਹੋਵੇਗੀ, ਦਰਦ ਹੋਵੇਗੀ, ਇਹ ਤੜਫੇਗਾ, ਰੋਵੇਗਾ, ਕਰਲਾਏਗਾ, ਸਾਡੇ ਕੋਲੋਂ ਰਹਿਮ ਦੀ ਭੀਖ ਮੰਗੇਗਾ। ਹੌਲੀ ਹੌਲੀ ਆਰਾ ਚੱਲਦਾ ਹੈ। ਗੁਰੂ ਕਾ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ, ਸਰੀਰ ਚੀਰਿਆ ਜਾ ਰਿਹਾ ਹੈ। ਕਹਿਣ ਲੱਗੇ, ਚੀਰਦਿਆਂ ਚੀਰਦਿਆਂ ਅੱਧੋ ਅੱਧਾ ਸਰੀਰ ਉਸ ਵੇਲੇ ਗੁਰੂ ਕੇ ਸਿੱਖ ਦਾ ਚੀਰਿਆ ਗਿਆ ਹੈ। ਪਰ ਉਹ ਪ੍ਰਿਥੀ ਪਰ ਹੋਵੇ ਦੋ ਫਰ, ਤੇ ਕਹਿਣ ਲੱਗੇ ਵੀ ਉਹ ਸਰੀਰ ਜਿਹੜਾ ਸੀ ਨਾ, 2 ਹਿੱਸੇ ਹੋ ਕੇ, ਅੱਧਾ ਸਰੀਰ ਇੱਕ ਪਾਸੇ, ਅੱਧਾ ਸਰੀਰ ਇੱਕ ਪਾਸੇ, 2 ਟੁਕੜਿਆਂ ਦੇ ਵਿੱਚ ਗੁਰਮੁਖੋ ਭਾਈ ਮਤੀ ਦਾਸ ਦਾ ਜਿਹੜਾ ਸਰੀਰ ਸੀ ਨਾ, ਧਰਤੀ ਤੇ ਡਿੱਗ ਪਿਆ ਉਸ ਵੇਲੇ। ਪਰ ਆਪਣੇ ਮੁਖ ਤੋਂ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਕਰਦੇ ਹਨ। ਦੋਨੋਂ ਤਨ ਤੇ ਜਪਜੀ ਪੜ੍ਹੇ। ਸੋ ਦੋਨਾਂ ਸਰੀਰਾਂ ਤੋਂ ਹੁਣ ਸਰੀਰ ਬਣ ਗਿਆ 2। ਪਹਿਲਾਂ ਇੱਕੋ ਹੀ ਸਰੀਰ ਸੀ, ਵੱਢ ਕੇ ਬਣ ਗਿਆ 2। ਹੁਣ ਦੋਵਾਂ ਸਰੀਰਾਂ ਤੋਂ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਵਿਦਵਾਨਾਂ ਨੇ ਲਿਖਿਆ, ਮਹਾਤਮਾ ਮਹਾਂਪੁਰਖਾਂ ਨੇ ਇਸ ਘਟਨਾ ਦਾ ਵਰਣਨ ਕੀਤਾ ਹੈ ਕਿ ਆਪਾਂ ਬਾਣੀ ਦੀ ਪੰਕਤੀ ਪੜ੍ਹਦੇ ਹਾਂ ਨਾ, 5 ਪ੍ਰਵਾਨ 5 ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਭਾਈ ਮਤੀ ਦਾਸ ਜੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਇਸ ਪੌੜੀ ਤੇ ਆ ਗਏ ਸਨ। ਸੋ ਉਹਨਾਂ ਨੇ ਬਾਣੀ ਬੜੇ ਰਸ ਦੇ ਨਾਲ, ਬੜੇ ਸਹਿਜੇ, ਬੜੇ ਆਰਾਮ ਦੇ ਨਾਲ ਬਾਣੀ ਪੜ੍ਹੀ ਹੈ। ਹੁਣ ਜੇ ਸਰੀਰ ਨੂੰ ਆਰੀ ਨਾਲ ਚੀਰਨਾ ਹੋਵੇ, ਇੱਕ ਪੌੜੀ ਵੀ ਪੜ੍ਹਨ ਤੋਂ ਪਹਿਲਾਂ ਸਰੀਰ ਚੀਰਿਆ ਜਾ ਸਕਦਾ ਹੈ, ਪਰ ਉਹਨਾਂ ਨੇ ਸਰੀਰ ਇੰਨਾ ਹੌਲੀ ਚੀਰਿਆ, ਕਦੀ ਆਰਾ ਚਲਾ ਲੈਂਦੇ, ਕਦੇ ਖੜਾ ਕਰ ਲੈਂਦੇ, ਕਦੇ ਚਲਾ ਲੈਂਦੇ, ਕਦੇ ਖੜਾ ਕਰ ਲੈਂਦੇ। ਭਾਈ ਮਤੀ ਦਾਸ ਜੀ ਪੜ੍ਹਦਿਆਂ ਪੜ੍ਹਦਿਆਂ 15 ਪੌੜੀਆਂ ਸ੍ਰੀ ਜਪਜੀ ਸਾਹਿਬ ਦੀਆਂ ਪੜ੍ਹ ਗਏ। ਇੱਥੇ ਆ ਗਏ 5 ਪ੍ਰਵਾਨ 5 ਪ੍ਰਧਾਨ। ਜਦੋਂ ਇਸ ਪੌੜੀ ਤੇ ਆਏ, ਫਿਰ ਉਹ ਸਰੀਰ ਸਾਰਾ ਚੀਰਿਆ ਗਿਆ। ਇੰਨੇ ਚਿਰ ਨੂੰ ਇੰਨੇ ਮਿੰਟ ਲਾ ਦਿੱਤੇ ਉਹਨਾਂ ਨੇ ਸ਼ਹੀਦ ਕਰਦਿਆਂ ਸਰੀਰ ਦੇ 2 ਟੋਟੇ ਹੋ ਕੇ ਧਰਤੀ ਤੇ ਡਿੱਗ ਪਏ। ਪਰ ਹੁਣ
ਅੱਗੇ ਇੱਕ ਆਵਾਜ਼ ਆਉਂਦੀ ਸੀ, ਹੁਣ ਦੋ ਆਵਾਜ਼ਾਂ ਆਉਂਦੀਆਂ ਪਈਆਂ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਲੋਕ ਸੁਣਦੇ ਆ ਨਾ, ਭੋਗ ਦੇ ਸ਼ਲੋਕ, ਤੇ ਦੋ ਪਾਠੀ ਸਿੰਘ ਬੈਠਦੇ ਨੇ ਤੇ ਉਹ ਰਲ ਕੇ ਦੋਨੇ ਜਾਣੇ ਭੋਗ ਪਾਉਂਦੇ। ਇਸੇ ਤਰ੍ਹਾਂ ਤਨ ਦੇ ਵਿੱਚੋਂ ਦੋਵਾਂ ਸਰੀਰਾਂ ਵਿੱਚੋਂ ਹੁਣ ਦੋ ਦੋ ਆਵਾਜ਼ਾਂ ਆਉਂਦੀਆਂ ਪਈਆਂ। ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਸਰੀਰ ਨੂੰ ਕਤਲ ਕੀਤਿਆਂ ਸੱਚ ਨਹੀਂ ਕਦੇ ਵੀ ਦਬੇਗਾ। ਭਾਈ ਮਤੀ ਦਾਸ ਜੀ ਸ਼ਹੀਦੀ ਹੁੰਦੀ ਪਈ ਹੈ। ਜਪਜੀ ਸਾਹਿਬ ਦਾ ਪਾਠ ਦੋ ਤਨ ਦੇ ਸਰੀਰਾਂ ਵਿੱਚੋਂ, ਸੋ ਦੋਵਾਂ ਹਿੱਸਿਆਂ ਵਿੱਚੋਂ ਪਾਠ ਕਰਦੇ ਪਏ ਹਨ। ਏਰਤ ਸਭ ਕੇ ਅਚਰਜ ਬੜੈ। ਸੋ ਸਾਰਿਆਂ ਦੇ ਮਨ ਵਿੱਚ ਬੜੀ ਹੈਰਾਨੀ ਹੋ ਗਈ ਵੀ ਬੰਦਾ ਜਿੰਨਾ ਚਿਰ ਜਿਉਂਦਾ ਉਹਨਾਂ ਚਿਰ ਤੇ ਬੋਲਦਾ, ਪਰ ਇਹ ਸ਼ਹੀਦ ਹੋਣ ਤੋਂ ਮਗਰੋਂ ਇੱਕ ਟੋਟਾ ਇੱਧਰ ਹੈ ਸਰੀਰ ਦਾ, ਇੱਕ ਦੂਜੇ ਪਾਸੇ ਹੈ। ਦੋਨਾਂ ਸਰੀਰਾਂ ਵਿੱਚੋਂ ਇਹ ਬਾਣੀ ਪੜ੍ਹਦਾ ਪਿਆ, ਪਾਠ ਕਰਦਾ ਪਿਆ, ਰੱਬ ਦਾ ਨਾਮ ਲੈਂਦਾ ਪਿਆ। ਬੜੀ ਹੈਰਾਨਗੀ ਹੈ ਵੀ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ। ਇਹ ਗੁਰੂ ਕੇ ਸਿੱਖਾਂ ਦਾ ਗੁਰਮੁਖੋ ਇਤਿਹਾਸ ਹੈ ਜੋ ਦੁਨੀਆ ਨੂੰ ਹੈਰਾਨ ਕਰ ਦਿੰਦਾ ਹੈ। ਮਤੀ ਦਾਸ ਦੇ ਤਨ ਵਾਂਗ ਚੀਰ ਕੇ ਕੋਈ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਿਆ, ਅਤੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਸੀਸ ਲੁਹਾ ਕੇ ਜੰਗ ਕਰਦੇ ਪਏ, ਇਹੋ ਜਿਹਾ ਜੰਗ ਵੀ ਕੋਈ ਨਹੀਂ ਜੇ ਕਰ ਸਕਿਆ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੇ ਸਿੱਖਾਂ ਦੀ ਬੜੀ ਕੁਰਬਾਨੀ ਹੈ, ਬੜੀ ਬੰਦਗੀ ਹੈ, ਬੜਾ ਉੱਚਾ ਸੁੱਚਾ ਜੀਵਨ ਹੈ। ਇਹੋ ਜਿਹਾ ਕਰਮ ਕੋਈ ਕਰ ਨਹੀਂ ਸਕਿਆ ਦੁਨੀਆ ਤੇ। ਜਪਜੀ ਸਾਹਿਬ ਦਾ ਪਾਠ ਸਰੀਰ ਦੇ ਦੋਨੇ ਹਿੱਸੇ ਕਰਦੇ ਪਏ ਤੇ ਗੁਰੂ ਕਾ ਸਿੱਖ ਉਸ ਬਾਣੀ ਨੂੰ ਪੜ੍ਹਦਾ ਪਿਆ ਹੈ। ਹੋਏ ਦੁਖੰਡ ਨਾ ਜੀਵਤ ਕੋਈ। ਉਸ ਵੇਲੇ ਲੋਕ ਸੋਚਦੇ ਨੇ ਵੀ ਜਦੋਂ ਦੋ ਟੋਟੇ ਹੋ ਜਾਣ ਨਾ, ਸਰੀਰ ਵੱਢਿਆ ਜਾਵੇ ਤੇ ਮੌਤ ਆ ਜਾਂਦੀ ਹੈ, ਬੰਦਾ ਮਰ ਜਾਂਦਾ। ਮਰਿਆ ਬੰਦਾ ਕਦੇ ਬੋਲਦਾ ਨਹੀਂ, ਪਰ ਸਰੀਰ ਦੇ ਦੋ ਹਿੱਸੇ ਕਰ ਦਿੱਤੇ। ਇਹ ਹਾਲੇ ਵੀ ਗੁਰਬਾਣੀ ਨੂੰ ਪੜ੍ਹਦਾ ਪਿਆ ਹੈ। ਇਹ ਤੋਂ ਪਠਤ ਜੀਅਤ ਜਿਮ ਹੋਈ। ਇਹ ਬਾਣੀ ਇਸ ਤਰ੍ਹਾਂ ਪੜ੍ਹਦਾ ਪਿਆ ਹੈ ਸਿੱਖ ਮਹਾਰਾਜ ਦਾ ਵੀ ਜਿਵੇਂ ਕੋਈ ਬੰਦਾ ਜਿਉਂਦਾ ਬਾਣੀ ਪੜ੍ਹਦਾ ਹੈ। ਸੋ ਅਸੀਂ ਜਿਉਂਦੇ ਜਾਗਦੇ ਹਾਂ ਨਾ, ਅਸੀਂ ਵੀ ਬਾਣੀ ਨਹੀਂ ਪੜ੍ਹਦੇ। ਹੈ ਅਸੀਂ ਜਿਉਂਦੇ, ਪਰ ਅਸੀਂ ਜਿਉਂਦੇ ਵੀ ਬਾਣੀ ਨਹੀਂ ਪੜ੍ਹਦੇ ਪਏ। ਮਹਾਨ ਸ਼ਹੀਦ, ਮਹਾਨ ਗੁਰਸਿੱਖ ਭਾਈ ਮਤੀ ਦਾਸ ਦਾ ਸਰੀਰ ਸ਼ਹੀਦੀ ਨੂੰ ਪ੍ਰਾਪਤ ਕਰਦਾ ਪਿਆ, ਪਰ ਤਾਂ ਵੀ ਪਾਠ ਕਰਦਾ ਪਿਆ। ਐਸੇ ਉਹ ਮਹਾਨ ਨੇ। ਅਸੀਂ ਜਿਉਂਦਿਆਂ ਹੋਇਆਂ ਵੀ ਬਾਣੀ ਛੱਡ ਕੇ ਬੈਠੇ ਹਾਂ। ਗੁਰਮੁਖੋ ਇਹਦੇ ਵਿੱਚੋਂ ਸਾਨੂੰ ਇੱਕ ਹੋਰ ਸਿੱਖਿਆ ਮਿਲਦੀ ਹੈ। ਕੀ ਸਿੱਖਿਆ ਮਿਲਦੀ ਹੈ? ਅਸੀਂ ਕਈ ਵਾਰੀ ਗੁਰਬਾਣੀ ਦਾ ਪਾਠ ਸ਼ੁਰੂ ਕਰਦੇ ਨਾ ਤੇ ਸਾਨੂੰ ਕੰਮ ਪੈ ਜਾਂਦਾ, ਅਸੀਂ ਝਾਟੀ ਬਾਣੀ ਨੂੰ ਉੱਥੇ ਛੱਡਿਆ, ਪਹਿਲਾਂ ਕੰਮ ਕਰਨ ਲੱਗ ਪਏ। ਵੇਖੋ ਗੁਰੂ ਕੇ ਸਿੱਖ ਦਾ ਜੀਵਨ, ਇੱਧਰੋਂ ਸ਼ਹੀਦੀ ਹੁੰਦੀ ਪਈ ਹੈ, ਸਰੀਰ ਸ਼ਾਂਤ ਹੁੰਦਾ ਪਿਆ, ਗੁਰਬਾਣੀ ਦਾ ਪਾਠ ਵਿੱਚ ਨਹੀਂ ਛੱਡਿਆ। ਗੁਰੂ ਕੇ ਸਿੱਖ ਨੇ ਪੂਰਾ ਪਾਠ ਕੀਤਾ। ਕਿਉਂ? ਕਿਉਂਕਿ ਜ਼ਿੰਦਗੀ ਵਿੱਚ ਕਦੇ ਉਹਨੇ ਪਾਠ ਇਸ ਤਰ੍ਹਾਂ ਵਿੱਚ ਨਹੀਂ ਸੀ ਛੱਡਿਆ। ਸਾਰੀ ਜ਼ਿੰਦਗੀ ਜਦੋਂ ਨਿਤਨੇਮ ਕਰਨਾ, ਜਦੋਂ ਪਾਠ ਕਰਨਾ, ਪਾਠ ਨੂੰ ਪੂਰਾ ਕਰਕੇ ਫਿਰ ਅਰਦਾਸ ਕਰਨੀ ਮਹਾਰਾਜ ਦੇ ਚਰਨਾਂ ਵਿੱਚ ਕਿ ਸਤਿਗੁਰੂ ਪਾਤਸ਼ਾਹ ਹਾਜ਼ਰੀ ਪ੍ਰਵਾਨ ਕਰੋ। ਜਿਨ੍ਹਾਂ ਨੇ ਜਿਉਂਦਿਆਂ ਕਦੇ ਪਾਠ ਨਹੀਂ ਨਾ ਛੱਡਿਆ ਵਿੱਚ, ਉਹਨਾਂ ਦੀ ਫਿਰ ਜਦੋਂ ਸਰੀਰਕ ਯਾਤਰਾ ਪੂਰੀ ਹੁੰਦੀ ਹੈ, ਫਿਰ ਉਹਨਾਂ ਦੇ ਪਾਠ ਜ਼ਿੰਦਗੀ ਦੇ ਵੀ ਅਧੂਰੇ ਨਹੀਂ ਰਹਿੰਦੇ, ਪੂਰੇ ਹੀ ਹੋ ਜਾਂਦੇ ਆ। ਅਸੀਂ ਇਹ ਕਰਮ ਕਰਦੇ ਹਾਂ, ਕੰਮ ਨੂੰ ਪਹਿਲ ਦਿੰਦੇ, ਬਾਣੀ ਨੂੰ ਦੂਜਾ ਨੰਬਰ ਦੇਈਦਾ ਵੀ ਜੇ ਵਿਹਲਿਆਂ ਤੇ ਪੜ੍ਹ ਲਓ, ਨਹੀਂ ਵਿਹਲੇ ਤੇ ਫਿਰ ਆਪਾਂ ਕੰਮ ਕਰ ਲਈਏ। ਜਾਂ ਅਸੀਂ ਅੱਜ ਵੀ ਕੋਈ ਸਮਾਗਮ ਕਰਾਉਣਾ ਨਾ, ਘਰ ਦੇ ਵਿੱਚ ਕੋਈ ਪਾਠ ਪੂਜਾ ਸੁਖਮਨੀ ਸਾਹਿਬ ਦਾ ਪਾਠ ਕਰਨਾ, ਅਸੀਂ ਕੀ ਕਰਦੇ ਹਾਂ? ਅਸੀਂ ਵਿਹਲਾ ਦਿਨ ਵੇਖਦੇ ਹਾਂ। ਜਿਸ ਦਿਨ ਅਸੀਂ ਦੁਨੀਆ ਵੱਲੋਂ ਵਿਹਲੇ ਹੋਵਾਂਗੇ, ਉਦੋਂ ਆ ਵਿਹਲਾ ਕੰਮ ਕਰਾਂਗੇ ਪਾਠ ਵਾਲਾ, ਕਿਉਂਕਿ ਇਹ ਕੰਮ ਸਾਨੂੰ ਵਿਹਲਾ ਲੱਗਦਾ। ਪਰ ਚਾਹੀਦਾ ਤੇ ਇਹ ਸੀ ਵੀ ਗੁਰਬਾਣੀ ਵਾਸਤੇ ਤੂੰ ਵਿਹਲਾ ਹੋ, ਗੁਰਬਾਣੀ ਵਾਸਤੇ ਕੰਮ ਛੱਡ, ਧੰਦਾ ਛੱਡ, ਫਿਕਰ ਛੱਡ, ਸੰਸਾਰ ਦੀ ਇਹ ਫਿਕਰਾਂ ਨੂੰ ਛੱਡ ਕੇ ਗੁਰਬਾਣੀ ਵਾਲੇ ਪਾਸੇ ਟਾਈਮ ਕੱਢ ਵੀ ਮੈਂ ਅੱਜ ਗੁਰੂ ਦਾ ਬਚਨ ਸੁਣਨਾ ਹੈ। ਪਰ ਗੁਰੂ ਕਿਹਾ ਸਿੱਖਾ ਤੂੰ ਤੇ ਉਲਟਾ ਚੱਲ ਪਿਆ। ਤੂੰ ਤੇ ਇਹ ਵੇਖਦਾ ਵੀ ਜਿੱਦਣ ਕੋਈ ਕੰਮ ਨਹੀਂ ਹੋਵੇਗਾ, ਵਿਹਲਾ ਹੋਵਾਂਗਾ, ਮੱਖੀਆਂ ਮਾਰਾਂਗਾ, ਘਰੇ ਬੈਠ ਕੇ ਉਦੋਂ ਪਾਠ ਕਰ ਲਵਾਂਗੇ। ਤੂੰ ਬਾਣੀ ਨੂੰ ਇੰਨਾ ਵਿਹਲਾ ਤੇ ਸਸਤਾ ਸਮਝ ਲਿਆ ਹੈ, ਤੂੰ ਉਲਟਾ ਚੱਲ ਪਿਆ ਹੈ। ਪਰ ਹੋਣਾ ਇਸ ਤਰ੍ਹਾਂ ਨਹੀਂ ਸੀ ਚਾਹੀਦਾ। ਜਾਂ ਤੂੰ ਗੁਰਬਾਣੀ ਦਾ ਪਾਠ ਕਰਦਾ, ਕੰਮ ਚੇਤੇ ਆ ਗਿਆ, ਛੱਡ ਕੇ ਉਸੇ ਵੇਲੇ ਚੱਲ ਪਿਆ। ਨਹੀਂ, ਗੁਰਬਾਣੀ ਦਾ ਪਾਠ ਜਦੋਂ ਸ਼ੁਰੂ ਕਰਦਾ ਉਹਨੂੰ ਪੂਰਾ ਕਰਿਆ ਕਰ, ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ, ਅਤੇ ਫਿਰ ਬੇਨਤੀ ਕਰਨ ਤੋਂ ਮਗਰੋਂ ਆਪਣੇ ਕੰਮ ਵੱਲ ਜਾਇਆ ਕਰ। ਭਾਈ ਮਤੀ ਦਾਸ ਜੀ ਗੁਰਬਾਣੀ ਦਾ ਪਾਠ ਪੜ੍ਹਦੇ ਪਏ, ਪੜ੍ਹਦਿਆਂ ਪੜ੍ਹਦਿਆਂ ਸ਼ਹੀਦੀ ਹੋ ਗਈ। ਬਾਣੀ ਦਾ ਬਚਨ ਆ ਗਿਆ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਦੋ ਟੋਟੇ ਹੋ ਗਏ ਸਰੀਰ ਦੇ, ਪਰ ਹਾਲੇ ਵੀ ਬਾਣੀ ਪੜ੍ਹਦਾ ਪਿਆ। ਜਿੰਨੇ ਉੱਥੇ ਕਾਜੀ ਸਨ, ਜਲਾਦ ਸਨ, ਸਿਪਾਹੀ ਸਨ, ਜਾਂ ਲੋਕ ਇਕੱਠੇ ਹੋਏ ਤਮਾਸ਼ਾ ਵੇਖਣ ਵਾਲੇ, ਉਹ ਸਾਰੇ ਬੜੇ ਹੈਰਾਨ ਹੋਏ ਵੀ ਇਸ ਤਰ੍ਹਾਂ ਦਾ ਤੇ ਕੋਈ ਬੰਦਾ ਨਹੀਂ ਵੇਖਿਆ ਜਿਹੜਾ ਸਰੀਰ ਛੱਡ ਕੇ ਵੀ ਗੁਰਬਾਣੀ ਦੇ ਪਾਠ ਨੂੰ ਨਹੀਂ ਛੱਡਦਾ ਪਿਆ। ਇਹ ਜਿਹੜੇ ਅੰਦਰੋਂ ਜੁੜੇ ਨੇ ਉਹਨਾਂ ਦੀ ਗੱਲ ਹੈ, ਜਿਨ੍ਹਾਂ ਦਾ ਮਨ ਤੇ ਤਨ ਜੁੜਿਆ ਹੋਇਆ।
ਕਹਿਣ ਲੱਗੇ ਦੋਨੇ ਸਰੀਰ ਦੇ ਹਿੱਸੇ ਜਿਹੜੇ ਨੇ ਉਹ ਗੁਰਬਾਣੀ ਦੇ ਪਾਠ ਨੂੰ ਕਰਦੇ ਹਨ। ਭੋਗ ਪਾਏ ਕਰ ਦੋਨੋਂ ਤਨ ਤੇ। ਕਹਿਣ ਲੱਗੇ ਫਿਰ ਦੋਨਾਂ ਸਰੀਰ ਦੇ ਟੋਟਿਆਂ ਨੇ ਨਾ, ਦੋਨਾਂ ਹਿੱਸਿਆਂ ਨੇ ਜਪਜੀ ਸਾਹਿਬ ਦਾ ਪਾਠ ਪੂਰਾ ਕੀਤਾ। ਬਾਣੀ ਪੜ੍ਹਦਿਆਂ ਪੜ੍ਹਦਿਆਂ ਫਿਰ ਬਚਨ ਆਖਿਆ ਮੂੰਹ ਤੋਂ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚਿਆ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ। ਅਸੀਂ ਚੰਗੇ ਕਰਮ ਕਰਦੇ ਹਾਂ ਕਿ ਮਾੜੇ ਕਰਦੇ ਹਾਂ? ਚੰਗਿਆਈਆਂ ਬੁਰਿਆਈਆਂ, ਚੰਗੇ ਕਰਮ ਕਿ ਮਾੜੇ ਕਰਮ, ਵਾਚਿਆ ਧਰਮ ਹਦੂਰ, ਧਰਮਰਾਜ ਦੇ ਸਾਹਮਣੇ ਵਾਚੇ ਜਾਣਗੇ, ਉੱਥੇ ਪੜ੍ਹੇ ਜਾਣਗੇ, ਉੱਥੇ ਦੱਸੇ ਜਾਣਗੇ ਇਸ ਬੰਦੇ ਨੇ ਇੰਨੇ ਚੰਗੇ ਤੇ ਇੰਨੇ ਮਾੜੇ ਕੀਤੇ। ਕਰਮੀ ਆਪੋ ਆਪਣੀ, ਇਹ ਤੇ ਆਪੋ ਆਪਣੀ ਕਰਮੀ ਕਰਤੂਤ ਹੈ, ਕਿਹੋ ਜਿਹਾ ਕੰਮ ਕਰਦਾ। ਕਈਆਂ ਨੂੰ ਰੱਬ ਨੇੜੇ ਹੋ ਜਾਂਦਾ ਚੰਗੇ ਕੰਮ ਕਰਨ ਵਾਲਿਆਂ ਨੂੰ, ਤੇ ਕਈਆਂ ਨੂੰ ਪਾਪ ਦਾ ਕਰਮ ਕਰਨ ਕਰਕੇ ਰੱਬ ਦੂਰ ਹੋ ਜਾਂਦਾ। ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ, ਜਿਨ੍ਹਾਂ ਨੇ ਨਾਮ ਤੇ ਆਇਆ ਨਾ ਸੰਸਾਰ ਵਿੱਚ ਆ ਕੇ, ਗਏ ਮੁਸ਼ੱਕਤ ਕਾਲ। ਮੁਸ਼ੱਕਤ ਤੋਂ ਭਾਵ ਹੁੰਦਾ ਮਿਹਨਤ ਕਰਨੀ। ਨਾਮ ਜਪਣਾ ਵੀ ਬੜੀ ਵੱਡੀ ਮਿਹਨਤ ਹੈ। ਨਾਮ ਜਪਣ ਵਾਲੇ ਮਿਹਨਤੀ ਨੇ ਗੁਰੂ ਕੇ ਸਿੱਖ, ਜਿਨ੍ਹਾਂ ਨੇ ਮਿਹਨਤ ਨਾਲ ਨਾਮ ਜਪਿਆ ਹੈ। ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਇੱਥੇ ਵੀ ਉਜਲ ਹੋਣਗੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ, ਨਾਮ ਜਪਿਆ। ਜਦੋਂ ਸਰੀਰ ਛੱਡ ਕੇ ਪਰਲੋਕ ਵਿੱਚ ਜਾਂਦੇ ਉੱਥੇ ਵੀ ਉਹਨਾਂ ਦੇ ਮੁਖ ਉਜਲੇ ਹੁੰਦੇ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਆਪ ਤੇ ਮੁਕਤ ਹੋ ਗਏ, ਪਰ ਪਤਾ ਨਹੀਂ ਕਿੰਨਿਆਂ ਕੁ ਨੂੰ ਸੰਗਤ ਦੇ ਕੇ ਉਹ ਮੁਕਤ ਵੀ ਕਰਵਾ ਲੈਂਦੇ। ਕਈਆਂ ਨੂੰ ਆਪਣੀ ਸੰਗਤ ਦੇ ਵਿੱਚ ਪਾ ਕੇ ਮੁਕਤ ਕਰਾ ਜਾਂਦੇ। ਜਿਵੇਂ ਬੇੜੀ ਚੱਲਦੀ ਹੈ ਨਾ, ਤੇ ਚਲਾਉਂਦਾ ਤੇ ਇਕੱਲਾ ਮਲਾਹ ਹੀ ਹੈ। ਜਹਾਜ਼ ਚਲਾਉਂਦਾ ਇਕੱਲਾ ਪਾਇਲਟ ਹੈ, ਪਰ ਜਿੰਨੇ ਜਹਾਜ਼ ਵਿੱਚ ਚੜ੍ਹ ਗਏ, ਜਿੰਨੇ ਬੇੜੀ ਵਿੱਚ ਚੜ੍ਹ ਗਏ, ਸਾਰੇ ਮੰਜ਼ਿਲ 'ਤੇ ਪਹੁੰਚ ਜਾਂਦੇ। ਇਸੇ ਤਰ੍ਹਾਂ ਨਾਮ ਤੇ ਇੱਕ ਜਪਦਾ ਹੈ, ਪਰ ਉਸ ਨਾਮ ਜਪਣ ਵਾਲੇ ਦੀ ਸੰਗਤ ਕਰਕੇ ਕੀਤੀ ਛੁੱਟੀ ਨਾਲ ਪਤਾ ਨਹੀਂ ਕਿੰਨੀ ਕੁ ਦੁਨੀਆ ਨਾਲ ਉਹਨਾਂ ਦੇ ਛੁੱਟ ਜਾਣੀ ਹੈ, ਮੁਕਤ ਹੋ ਜਾਣੀ ਹੈ। ਗੁਰੂ ਕਾ ਸਿੱਖ ਮਤੀ ਦਾਸ ਜੀਆਂ ਦੇ ਦੋਨੇ ਤਨ ਦੇ ਜਿਹੜੇ ਹਿੱਸੇ ਨੇ ਚੀਰੇ ਹੋਏ ਬਚਨ ਪੜ੍ਹਦੇ ਪਏ। ਜਿਨੀ ਨਾਮ ਤੇ ਆਇਆ, ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਇਹ ਬਚਨ ਮਤੀ ਦਾਸ ਜੀਆਂ ਦੇ ਸਰੀਰ ਦੇ ਦੋਨਾਂ ਹਿੱਸਿਆਂ ਨੇ ਉਸ ਵੇਲੇ ਪੜ੍ਹੇ ਹਨ। ਗੁਰਪੁਰ ਪਹੁੰਚਿਓ ਪ੍ਰੇਮੀ ਮਨ ਤੇ। ਇਹ ਮਨ ਦਾ ਪ੍ਰੇਮੀ ਗੁਰੂ ਕਾ ਸਿੱਖ ਗੁਰਮੁਖੋ ਇਸ ਤਰ੍ਹਾਂ ਸ਼ਹੀਦੀ ਪ੍ਰਾਪਤ ਕਰਕੇ ਨਾ ਗੁਰਪੁਰੀ ਨੂੰ ਪਹੁੰਚਿਆ, ਸੱਚਖੰਡ ਨੂੰ ਪ੍ਰਾਪਤ ਹੋਇਆ। ਆਪਾਂ ਪਹਿਲਾਂ ਵੀ ਇਹ ਬਚਨ ਸਰਵਣ ਕੀਤਾ ਹੈ ਕਿ ਸਿੱਖਾਂ ਵਿੱਚੋਂ ਸਭ ਤੋਂ ਪਹਿਲੀ ਸ਼ਹੀਦੀ ਮਤੀ ਦਾਸ ਦੀ ਹੋਈ ਹੈ। ਸ਼ਾਂਤਮਈ ਸ਼ਹੀਦੀ ਮਤੀ ਦਾਸ ਜੀ ਦੀ ਹੋਈ ਹੈ। ਪਹਿਲਾਂ ਇਸ ਤਰ੍ਹਾਂ ਦੀ ਸ਼ਹੀਦੀ ਕਿਸੇ ਸਿੱਖ ਦੀ ਨਹੀਂ ਹੋਈ। ਇਹ ਸਾਰਿਆਂ ਤੋਂ ਪਹਿਲਾਂ ਪੂਰਨਾ ਮਤੀ ਦਾਸ ਨੇ ਪਾਇਆ ਕਿ ਸਿੱਖ ਇਸ ਤਰ੍ਹਾਂ ਸ਼ਹੀਦੀ ਦਿੰਦਾ ਹੈ। ਇਸ ਤਰ੍ਹਾਂ ਮਤੀ ਦਾਸ ਜੀ ਆਪਣੇ ਤਨ ਨੂੰ ਛੱਡ ਕੇ ਕਹਿਣ ਲੱਗੇ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੇ। ਉੱਤਮ ਗਤ ਕੋ ਪ੍ਰਾਪਤ ਹੋਵਾ। ਉੱਤਮ ਗਤ ਮੁਕਤੀ ਜਿਹੜੀ ਕਿਸੇ ਨੂੰ ਨਹੀਂ ਨਾ ਮਿਲਦੀ, ਉਹ ਮੁਕਤੀ ਮਤੀ ਦਾਸ ਨੂੰ ਮਿਲੀ ਹੈ। ਕਿਉਂਕਿ ਮੁਕਤੀ ਮਿਲਦੀ ਹੈ ਸ਼ਹੀਦਾਂ ਨੂੰ, ਮੁਕਤੀ ਮਿਲਦੀ ਹੈ ਬ੍ਰਹਮ ਗਿਆਨੀਆਂ ਨੂੰ। ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਗੁਰਮੁਖਾ ਬਚਨ ਇਹ ਹੈ, ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਦੁਨੀਆ ਤੋਂ ਇੱਕੋ ਹੀ ਮੁਕਤ ਹੋਇਆ ਬ੍ਰਹਮ ਗਿਆਨੀ, ਜਾਂ ਫਿਰ ਦੁਨੀਆ ਤੋਂ ਮੁਕਤ ਹੁੰਦਾ ਹੈ ਜਿਹੜਾ ਧਰਮ ਦੇ ਵਾਸਤੇ ਸ਼ਹੀਦੀ ਦਿੰਦਾ ਹੈ। ਗੁਰੂ ਕਾ ਸਿੱਖ ਸ਼ਹੀਦੀ ਦੇ ਕੇ ਉੱਤਮ ਗਤ ਨੂੰ, ਕੇਵਲ ਮੋਕਸ਼ ਨੂੰ, ਮੁਕਤੀ ਨੂੰ, ਸੱਚਖੰਡ ਦੀ ਪ੍ਰਾਪਤੀ ਵਾਲਾ ਬਣਿਆ ਹੈ। ਗੁਰ ਚਰਿੱਤਰ ਕੋ ਆਚਰਜ ਜੋਵਾ। ਇਹ ਹੁਣ ਗੁਰੂ ਦਾ ਹੀ ਕੌਤਕ ਹੈ ਭਾਈ, ਇਹ ਗੁਰੂ ਦੇ ਕੌਤਕ ਨੇ। ਸਿੱਖ ਵਿੱਚੋਂ ਵੇਖੋ ਕਿੰਨੀ ਤਾਕਤ ਹੈ। ਸ਼ਹੀਦੀ ਹੋਣ ਤੋਂ ਮਗਰੋਂ ਵੀ ਜਿਹੜਾ ਬਾਣੀ ਨਾਲ ਜੁੜਿਆ ਹੋਇਆ, ਉਹ ਸ਼ਹੀਦ ਹੋਣ ਤੋਂ ਪਹਿਲਾਂ ਕੀ ਨਹੀਂ ਸੀ ਕਰ ਸਕਦਾ। ਸਾਨੂੰ ਕੋਈ ਮਾੜਾ ਮੋਟਾ ਸਰਕਾਰੀ ਅਫਸਰ ਜਾਣਦਾ ਹੋਵੇ ਨਾ, ਭਾਵੇਂ ਉਹ ਛੋਟੇ ਰੈਂਕ ਦਾ ਹੀ ਹੋਵੇ, ਤੇ ਅਸੀਂ ਦੂਜੇ ਨੂੰ ਬੰਦਾ ਨਹੀਂ ਸਮਝਦੇ, ਝੱਟ ਧਮਕੀ ਦੇਈਦੀ ਹੈ ਜੇ ਮੇਰੇ ਨਾਲ ਕੋਈ 2-4 ਗੱਲਾਂ ਕੀਤੀਆਂ ਮੈਂ ਫਲਾਣੇ ਨੂੰ ਦੱਸ ਦਿਆਂਗਾ, ਉਹ ਫਲਾਣਾ ਮੈਨੂੰ ਜਾਣਦਾ ਹੈ। ਅਸੀਂ ਕਿਤੇ ਦਵਾਈ ਲੈਣ ਚਲੇ ਜਾਈਏ, ਕਿਤੇ ਸਾਨੂੰ ਲਾਈਨ ਵਿੱਚ ਲੱਗਣਾ ਪਵੇ, ਕਿਤੇ ਇੰਤਜ਼ਾਰ ਕਰਨਾ ਪਵੇ, ਅਸੀਂ ਝੱਟ ਹੀ ਸਿਫਾਰਸ਼ੀ ਬੰਦੇ ਦੀ ਸਿਫਾਰਿਸ਼ ਪਵਾਈ ਦੀ ਹੈ ਕਿ ਮੇਰੀ ਉਹਦੇ ਨਾਲ ਪਹੁੰਚ ਹੈ। ਪਰ ਅਸੀਂ ਆਪਣੀ ਤਾਕਤ ਨੂੰ ਝੱਟ ਹੀ ਜਨਾਉਂਦੇ ਹਾਂ। ਗੁਰੂ ਕਾ ਸਿੱਖ ਕਿੰਨੀ ਤਾਕਤ ਦਾ ਮਾਲਕ ਹੈ, ਜਿਹੜਾ ਸ਼ਹੀਦੀ ਦੇਣ ਤੋਂ ਮਗਰੋਂ ਵੀ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਹੈ, ਪਰ ਗੁਰੂ ਦੇ ਹੁਕਮ ਨੂੰ ਇਹੋ ਜਿਹਾ ਮੰਨਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਮਤੀ ਦਾਸ ਕਰਾਮਾਤ ਨਹੀਂ ਦਿਖਾਉਣੀ, ਕਹਿਣ ਲੱਗਾ ਮਹਾਰਾਜ ਨਹੀਂ ਦਿਖਾਵਾਂਗਾ। ਇਹ ਹੈ ਗੁਰੂ ਦਾ ਬਚਨ ਮੰਨਣਾ। ਅਸੀਂ ਨਹੀਂ ਬਚਨ ਮੰਨਦੇ। ਅਸੀਂ ਕਈ ਵਾਰ ਆਖ ਦਿੰਦੇ ਹਾਂ ਮੈਨੂੰ ਇਹ ਗੱਲ ਦਾ ਪਤਾ, ਪਰ ਮੈਂ ਕੀ ਕਰਾਂ, ਰਿਸ਼ਤੇਦਾਰ ਨਹੀਂ ਮੰਨਦੇ। ਅਸੀਂ ਫਿਰ ਰਿਸ਼ਤੇਦਾਰਾਂ ਦੀ ਪੀਪਣੀ ਵਜਾਉਣ ਲੱਗ ਪੈਂਦੇ, ਫਲਾਣੇ ਨੇ ਮੈਨੂੰ ਆਖਿਆ, ਬੱਚੇ ਨਹੀਂ ਮੰਨਦੇ, ਮੇਰੇ ਜਵਾਈ ਨਹੀਂ ਮੰਨਦੇ, ਮੇਰੇ ਕੁੜਮ ਨਹੀਂ ਮੰਨਦੇ।
ਅਸਲ ਵਿੱਚ ਗੱਲ ਇਹ ਆ ਵੀ ਬਚਨ ਤੂੰ ਆਪ ਹੀ ਨਹੀਂ ਮੰਨਣਾ ਚਾਹੁੰਦਾ, ਬਾਕੀਆਂ ਦਾ ਤੇ ਐਵੇਂ ਬਹਾਨਾ ਹੈ। ਬਚਨ ਮੰਨਿਆ ਮਤੀ ਦਾਸ ਨੇ। ਮਹਾਰਾਜ ਨੇ ਆਖਿਆ ਕਰਾਮਾਤ ਨਹੀਂ ਦਿਖਾਉਣੀ, ਕਹਿੰਦਾ ਮਹਾਰਾਜ ਨਹੀਂ ਦਿਖਾਵਾਂਗਾ। ਤੇ ਮਤੀ ਦਾਸ ਵੀ ਤੇ ਬਹਾਨਾ ਲਾ ਸਕਦਾ ਸੀ ਨਾ, ਮੇਰਾ ਮਨ ਨਹੀਂ ਮੰਨਦਾ, ਮੇਰੇ ਬੱਚੇ ਮਗਰੋਂ ਕੀ ਕਰਨਗੇ ਮਹਾਰਾਜ, ਮੇਰਾ ਪਰਿਵਾਰ ਕੀ ਕਰੇਗਾ, ਨਹੀਂ ਮੈਂ ਤੇ ਵਿਖਾਵਾਂਗਾ। ਮੰਨਿਆ ਬਚਨ, ਮਹਾਰਾਜ ਨਹੀਂ ਵਿਖਾਵਾਂਗਾ, ਸ਼ਹੀਦੀ ਪਾ ਗਿਆ। ਇਹ ਹੈ ਜਿਨ੍ਹਾਂ ਨੇ ਬਚਨ ਮੰਨਿਆ। ਬਚਨ ਮੰਨਣਾ ਬੜਾ ਔਖਾ ਹੈ, ਪਰ ਜਿਨ੍ਹਾਂ ਨੇ ਮੰਨ ਲਿਆ ਨਾ ਗੁਰਮੁਖੋ ਬਚਨ, ਉਹ ਸੱਚਖੰਡ ਦੀ ਪ੍ਰਾਪਤੀ ਵਾਲੇ ਬਣ ਗਏ। ਇਸ ਤਰ੍ਹਾਂ ਬਚਨ ਮੰਨਣਾ ਚਾਹੀਦਾ ਜਿਵੇਂ ਮਤੀ ਦਾਸ ਨੇ ਮੰਨਿਆ ਹੈ। ਇਸ ਤਰ੍ਹਾਂ ਸਾਰਿਆਂ ਨੂੰ ਹੈਰਾਨਗੀ ਹੋ ਗਈ। ਇੱਕ ਇਹੋ ਜਿਹਾ ਸਿੱਧਕੀ ਸਿੱਖ ਹੈ ਜਿਹੜਾ ਗੁਰੂ ਦੇ ਹੁਕਮ ਤੇ ਆਪਣਾ ਤਨ ਤੇ ਚਰਾ ਗਿਆ, ਪਰ ਕਰਾਮਾਤ ਨੂੰ ਨਹੀਂ ਦਿਖਾਉਂਦਾ ਹੈ। ਮਹਾ ਗੰਭੀਰ ਧੀਰ ਸਮਧਰਨੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੜੇ ਗੰਭੀਰ ਡੂੰਘੇ ਨੇ। ਉਹਨਾਂ ਦੀ ਜਿਹੜੀ ਕਰਨੀ ਧਰਤੀ ਵਰਗੀ ਹੈ। ਧਰਤੀ ਤਾਂ ਧੀਰ ਦੇ ਸਭ ਤੋਂ ਵੱਡਾ ਹੈ। ਆਪਾਂ ਆਖਦੇ ਫਲਾਣਾ ਬੰਦਾ ਤੇ ਬੜਾ ਹੀ ਠੰਡਾ ਹੈ, ਇਹ ਤੇ ਕਦੇ ਗਰਮ ਹੀ ਨਹੀਂ ਹੁੰਦਾ, ਕਦੇ ਗੁੱਸੇ ਨਹੀਂ ਹੁੰਦਾ। ਪਰ ਕਦੇ ਕੋਈ ਇਹੋ ਜਿਹਾ ਸਮਾਂ ਆਵੇਗਾ, ਉਹ ਠੰਡਾ ਬੰਦਾ ਵੀ ਤੁਹਾਨੂੰ ਲੜਦਾ ਹੋਇਆ ਰੋਂਦਾ ਹੋਇਆ ਦਿਖਾਈ ਦੇਵੇਗਾ, ਪਰ ਕਦੇ ਧਰਤੀ ਰੋਂਦੀ ਹੋਈ ਦਿਖਾਈ ਨਹੀਂ ਦਿੰਦੀ ਹੈ। ਧਰਤੀ ਕਦੇ ਡੋਲਦੀ ਦਿਖਾਈ ਨਹੀਂ ਦਿੰਦੀ ਹੈ। ਧਰਤੀ ਦਾ ਧੀਰਜ ਸਭ ਤੋਂ ਵੱਡਾ ਮੰਨਿਆ ਜਾਂਦਾ। ਜਦੋਂ ਧੀਰਜ ਦੀ ਗੱਲ ਆਉਂਦੀ ਹੈ ਨਾ, ਉਦੋਂ ਵਿਦਵਾਨ ਧਰਤੀ ਦਾ ਹਵਾਲਾ ਦਿੰਦੇ ਨੇ ਕਿ ਧਰਤੀ ਵਰਗਾ ਧੀਰਜ, ਧਰਤੀ ਡੋਲਦੀ ਨਹੀਂ, ਤੇ ਧਰਤੀ ਦੇ ਵਾਂਗ ਇਹ ਬੰਦਾ ਵੀ ਡੋਲਦਾ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਧਰਤੀ ਦੇ ਵਾਂਗ ਧੀਰਜ ਰੱਖਣ ਵਾਲੇ, ਜਿਹੜੇ ਕਦੇ ਨਹੀਂ ਡੋਲਦੇ। ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉਂ ਬਸਦਾ ਕੋਊ ਖੋਦਾ ਕੋਊ ਚੰਦਨ ਲੇਵ। ਇਹ ਗੁਰਬਾਣੀ ਦਾ ਬਚਨ ਹੈ। ਬ੍ਰਹਮ ਗਿਆਨੀ ਦੀ ਧੀਰਜ ਭਾਈ ਮਤੀ ਦਾਸ ਵਰਗਿਆਂ ਦੀ, ਬ੍ਰਹਮ ਗਿਆਨੀ ਦੀ ਧੀਰਜ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਧਰਤੀ ਵਰਗੀ ਹੈ। ਗੁਰਮੁਖੋ, ਭਾਵੇਂ ਜਿੰਨਾ ਮਰਜ਼ੀ ਔਰੰਗਜ਼ੇਬ ਦੁੱਖ ਦੇਈ ਜਾਵੇ, ਕਸ਼ਟ ਦੇਈ ਜਾਵੇ, ਕਦੇ ਵੀ ਉਸ ਕਸ਼ਟ ਦੇ ਨਾਲ ਡੋਲਣ ਵਾਲੇ ਨੇ, ਹਿੱਲਣ ਵਾਲੇ ਨਹੀਂ। ਸੋ ਇਸ ਤਰ੍ਹਾਂ ਦੀ ਮਹਾਰਾਜ ਜੀਆਂ ਦੀ ਉਸ ਵੇਲੇ ਕਰਨੀ ਹੈ। ਲੱਖ ਨਾ ਸਕੈ ਕੁਛ ਸਤਿਗੁਰ ਕਰਨੀ। ਸਤਿਗੁਰਾਂ ਨੇ ਕੀ ਕਰਨਾ ਹੈ, ਇਸ ਗੱਲ ਨੂੰ ਕੋਈ ਲੱਖ ਨਹੀਂ ਸਕਦਾ, ਕੋਈ ਜਾਣ ਨਹੀਂ ਸਕਦਾ ਹੈ। ਸੋ ਇਸ ਕਰਕੇ ਬਚਨ ਇਹ ਹੈ ਕਿ ਸਤਿਗੁਰੂ ਬੜੇ ਸਮਰੱਥ ਨੇ। ਮਹਾਰਾਜ ਨੇ ਕੀ ਕਰਨਾ ਕੋਈ ਨਹੀਂ ਜਾਣਦਾ। ਹੁਣ ਜਦੋਂ ਮਹਾਰਾਜ ਅਨੰਦਪੁਰ ਤੋਂ ਤੁਰੇ, ਕਿਸੇ ਨੂੰ ਥੋੜ੍ਹੀ ਪਤਾ ਸੀ ਮਹਾਰਾਜ ਨੇ ਭਾਣਾ ਵਰਤਾਉਣਾ। ਮਹਾਰਾਜ ਦਾ ਬਚਨ ਹੈ, ਹਰਨ ਭਰਨ ਜਾਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਮੰਤਰ ਤੋਂ ਭਾਵ ਹੈ ਸਲਾਹ, ਮੰਤਰ ਤੋਂ ਭਾਵ ਹੈ ਮਰਜ਼ੀ। ਪਰਮਾਤਮਾ ਨੇ ਕੀ ਮਰਜ਼ੀ ਕਰਨੀ ਹੈ, ਗੁਰੂ ਨੇ ਕੀ ਮਰਜ਼ੀ ਕਰਨੀ, ਜਾਣਦਾ ਕੋਈ ਨਹੀਂ ਹੈ, ਕਿਸੇ ਨੂੰ ਨਹੀਂ ਪਤਾ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਸਤਿਗੁਰਾਂ ਦੇ ਕੌਤਕ ਬੜੇ ਹੈਰਾਨ ਕਰਨ ਵਾਲੇ, ਤੇ ਉਹਨਾਂ ਕੌਤਕਾਂ ਨੂੰ ਕੋਈ ਜਾਣ ਨਹੀਂ ਸਕਦਾ ਹੈ। ਦੋਹਰਾ ਮਤੀ ਦਾਸ ਪ੍ਰਭ ਪੁਰ ਗਇਓ, ਕੰਪ ਉਠੇ ਸਿੱਖ ਔਰ। ਜਦੋਂ ਭਾਈ ਮਤੀ ਦਾਸ ਸੱਚਖੰਡ ਨੂੰ ਚਲਾ ਗਿਆ ਨਾ ਸਰੀਰ ਛੱਡ ਕੇ, ਹੁਣ ਵਾਰੀ ਵਾਰੀ ਸਾਰੇ ਸਿੱਖਾਂ ਦੀ ਵਾਰੀ ਆਉਣੀ ਹੈ। ਮਹਾਰਾਜ ਦੇ ਨਾਲ 5 ਸਿੱਖ ਸਨ ਜਦੋਂ ਮਹਾਰਾਜ ਗ੍ਰਿਫਤਾਰ ਹੋਏ। ਹੁਣ ਮਤੀ ਦਾਸ ਤੋਂ ਸ਼ਹੀਦੀ ਹੋਈ ਹੈ, ਬਾਕੀ ਸਿੰਘਾਂ ਦੀ ਵੀ ਵਾਰੀ ਆਏਗੀ, ਵਾਰੀ ਵਾਰੀ ਸ਼ਹੀਦ ਕੀਤਾ ਜਾਏਗਾ। ਜਿਹੜੇ ਦੂਜੇ ਸਿੱਖ ਸਨ ਕਹਿਣ ਲੱਗੇ, ਉਹਨਾਂ ਨੂੰ ਵੀ ਸੂਚਨਾ ਮਿਲੀ ਹੈ ਕਿ ਸਾਡਾ ਇੱਕ ਸਾਥੀ ਜਿਹੜਾ ਸ਼ਹੀਦ ਹੋ ਗਿਆ ਹੈ। ਧਰ ਕਰ ਤਰਾਸ ਵਿਸਾਲ ਕੋ ਪਿਖ ਕਾਰਾਗ੍ਰਹਿ ਠੌਰ। ਤੇ ਕਹਿਣ ਲੱਗੇ ਵੀ ਉਸ ਵੇਲੇ ਦੁਨੀਆ ਦੇ ਲੋਕ ਡਰ ਗਏ, ਦਿੱਲੀ ਦੇ ਲੋਕ ਡਰ ਗਏ ਵੀ ਔਰੰਗਜ਼ੇਬ ਇਹ ਕਿਸ ਤਰ੍ਹਾਂ ਦੇ ਕੰਮ ਕਰਦਾ ਪਿਆ, ਇੱਕ ਜਿਉਂਦੇ ਜਾਗਦੇ ਬੰਦੇ ਨੂੰ ਆਰੀ ਦੇ ਨਾਲ ਕੱਟਦਾ ਪਿਆ ਹੈ। ਇਸ ਤਰ੍ਹਾਂ ਦਿੱਲੀ ਦੇ ਲੋਕ ਡਰ ਕੇ ਕੰਬਣ ਲੱਗ ਪਏ। ਜਿਹੜੇ ਵੇਖਦੇ ਪਏ ਸਨ ਉੱਥੇ ਤਮਾਸ਼ਾ ਵੇਖਣ ਆਏ, ਉਹ ਵੀ ਡਰ ਗਏ, ਕੰਬ ਗਏ ਵੀ ਇਹ ਕਿਸ ਤਰ੍ਹਾਂ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਚੌਪਈ ਨਿਸਾ ਪਰੀ ਬੜ ਭਇਓ ਅੰਧੇਰਾ। ਤੇ ਜਦੋਂ ਰਾਤ ਪਈ ਨਾ, ਹਨੇਰਾ ਹੋ ਗਿਆ। ਅੱਜ ਮਤੀ ਦਾਸ ਦੀ ਸ਼ਹੀਦੀ ਹੋ ਗਈ ਹੈ। 5 ਸਿੱਖਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਮਤੀ ਦਾਸ ਦੀ ਸ਼ਹੀਦੀ ਹੋਈ। ਜਦੋਂ ਭਾਈ ਮਤੀ ਦਾਸ ਸ਼ਹੀਦ ਹੋ ਗਿਆ, ਮਗਰ 4 ਸਿੱਖ ਰਹਿ ਗਏ। ਹੁਣ ਰਾਤ ਪੈ ਗਈ, ਹਨੇਰਾ ਹੋ ਗਿਆ। ਕਹਿਣ ਲੱਗੇ ਜਦੋਂ ਹਨੇਰਾ ਹੋਇਆ ਹੈ, ਹੱਥ ਜੋਰ ਬੋਲੇ ਤਿਸ ਬੇਰਾ। ਉਸ ਵੇਲੇ ਗੁਰੂ ਕੇ ਸਿੱਖ ਜਿਹੜੇ ਨਾਲ ਸਨ ਉਹ ਮਹਾਰਾਜ ਸਾਹਿਬ ਜੀਆਂ ਨੂੰ ਬੇਨਤੀ ਕਰਨ ਲੱਗੇ ਹਨ, ਸੁਨੋ ਗੁਰੂ ਜੀ ਹਤੇ ਕੁਥਾਏ। ਮਹਾਰਾਜ ਆਪਾਂ ਇੱਥੇ ਆਏ ਹੋਏ ਹਾਂ ਔਰੰਗਜ਼ੇਬ ਦੇ ਕੋਲ। ਔਰੰਗਜ਼ੇਬ ਨੇ ਇੱਕ ਸਾਡਾ ਸਾਥੀ ਸ਼ਹੀਦ ਕਰ ਦਿੱਤਾ ਹੈ। ਹੌਲੀ ਹੌਲੀ ਆਪਣੇ ਸਾਰਿਆਂ ਦੀ ਸ਼ਹੀਦੀ ਆਉਣੀ ਹੈ। ਇਹ ਹੁਣ ਸਮਾਂ ਸਾਡੇ ਤੇ ਆਣ ਬਣਿਆ ਹੈ। ਤੁਰਕੇਸ਼ਰ ਹੱਠ ਅਦਕ ਬਣਾਏ। ਕਿਉਂਕਿ ਇਹ ਜਿਹੜਾ ਔਰੰਗਜ਼ੇਬ ਹੈ ਆਪਣੀ ਜਿੱਦ ਨਹੀਂ ਛੱਡੇਗਾ। ਭਾਈ ਮਤੀ ਦਾਸ ਦੀ ਸ਼ਹੀਦੀ ਤੋਂ ਇਹ ਪਤਾ ਲੱਗਿਆ ਵੀ ਇਹਨੇ ਹੁਣ ਛੱਡਣਾ ਨਹੀਂ, ਆਪਾਂ ਨੂੰ ਸ਼ਹੀਦ ਕਰ ਦੇਣਾ।
ਪਰ ਅਸੀਂ ਵੀ ਮਤੀ ਦਾਸ ਦੇ ਵਾਂਗ ਪੂਰੇ ਪੂਰੇ ਨੰਬਰ ਲੈ ਕੇ ਸ਼ਹੀਦ ਹੋਣਾ ਚਾਹੁੰਦੇ। ਅਸੀਂ ਵੀ ਚਾਹੁੰਦੇ ਹਾਂ ਵੀ ਸਾਡੀ ਸ਼ਹੀਦੀ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਨਾਲ ਹੋਣਾ ਕਰੇ। ਅਵਨਾਸ਼ੋ ਰਹਿ ਹਮਕੋ ਜੀਵਤ। ਤੇ ਸਤਿਗੁਰੂ ਪਾਤਸ਼ਾਹ ਅਸੀਂ ਇਹ ਜਾਣ ਲਿਆ ਵੀ ਹੁਣ ਇਸ ਨੇ ਆਪਣਾ ਨੂੰ ਛੱਡਣਾ ਨਹੀਂ ਹੈ। ਜੇ ਛੱਡਣਾ ਹੁੰਦਾ ਫਿਰ ਮਤੀ ਦਾਸ ਦੀ ਸ਼ਹੀਦੀ ਨਾ ਹੁੰਦੀ। ਮਤੀ ਦਾਸ ਦੀ ਸ਼ਹੀਦੀ ਤੋਂ ਪਤਾ ਲੱਗਿਆ ਵੀ ਆਪਾਂ ਜਿੰਨੇ ਹੁਣ 5 ਮੈਂਬਰ ਬਚ ਗਏ ਆ, 4 ਅਸੀਂ ਆ, 5ਵੇਂ ਤੁਸੀਂ ਹੋ। ਇਹ ਹੁਣ ਆਪਾਂ ਨੂੰ ਵੀ ਇਸ ਨੇ ਸਮਾਂ ਪਾ ਕੇ ਸ਼ਹੀਦ ਕਰਨਾ ਹੈ। ਦਿਨ ਪਤ ਕਸ਼ਟ ਦੇਨ ਪਰ ਥੀਵਤ। ਕਿਉਂਕਿ ਔਰੰਗਜ਼ੇਬ ਦਿਨ ਪ੍ਰਤ ਦਿਨ ਹਰ ਰੋਜ਼ ਬਹੁਤ ਜ਼ਿਆਦੇ ਕਸ਼ਟ ਦਿੰਦਾ ਪਿਆ, ਦੁੱਖ ਦਿੰਦਾ ਪਿਆ ਹੈ। ਬੰਧਨ ਪਾਇਨ ਮੈਂ ਪਰਵਾਏ। ਤੇ ਉਸਨੇ ਪੈਰਾਂ ਦੇ ਵਿੱਚ ਬੇੜੀਆਂ, ਲੋਹੇ ਦੀਆਂ ਬੇੜੀਆਂ ਪੈਰਾਂ ਵਿੱਚ ਪਾਈਆਂ ਹੋਈਆਂ, ਭੱਜ ਨਾ ਜਾਣ। ਹੱਥਾਂ ਦੇ ਵਿੱਚ ਲੋਹੇ ਦੇ ਸੰਗਲ ਤੇ ਹੱਥ ਕੜੀਆਂ ਲੱਗੀਆਂ ਹੋਈਆਂ ਵੀ ਹੱਥਾਂ ਦੇ ਨਾਲ ਇਹ ਕੁਝ ਕਰ ਨਾ ਸਕਣ। ਇਹ ਔਰੰਗਜ਼ੇਬ ਨੇ ਸਾਨੂੰ ਬੇੜੀਆਂ ਦੇ ਨਾਲ, ਹੱਥ ਕੜੀਆਂ ਦੇ ਨਾਲ, ਸੰਗਲਾਂ ਦੇ ਨਾਲ ਬੱਧਾ ਹੋਇਆ ਹੈ। ਪਹਿਰੂ ਕਰ ਸੁਚੇਤ ਠਹਿਰਾਏ। ਤੇ ਬਾਦਸ਼ਾਹ ਨੇ ਆਪਣੇ ਜਿਹੜੇ ਪਹਿਰੇਦਾਰ ਸਨ ਨਾ ਗੁਰਮੁਖੋ, ਜਿਹੜੇ ਜੇਲ੍ਹ ਦੀ ਕੈਦਖਾਨੇ ਦੀ ਨਿਗਰਾਨੀ ਕਰਦੇ, ਔਰੰਗਜ਼ੇਬ ਨੇ ਬੜਾ ਸਖਤ ਸ਼ਬਦਾਂ ਵਿੱਚ ਆਖਿਆ, ਮੇਰਾ ਕੋਈ ਵੀ ਪਹਿਰੇਦਾਰ ਰਾਤ ਨੂੰ ਨਹੀਂ ਸੋਵੇਗਾ, ਸਾਰੇ ਜਾਗਦੇ ਰਹਿਣਗੇ। ਬੜੀ ਸਾਵਧਾਨੀ ਦੇ ਨਾਲ ਪਹਿਰਾ ਦੇਣਾ ਹੈ। ਗੁਰੂ ਤੇ ਗੁਰੂ ਕੇ ਸਿੱਖ ਕਿਤੇ ਭੱਜ ਨਾ ਜਾਣ। ਇਸ ਕਰਕੇ ਪਹਿਰੇਦਾਰ ਵੀ ਬੜੇ ਸਾਵਧਾਨ ਹਨ। ਨਿਸ ਦਿਨ ਮਹਿਦ ਹੋਏ ਤਕਰਾਈ। ਤੇ ਮਹਾਰਾਜ ਦਿਨੇ ਰਾਤ ਤਕੜਾਈ ਅੱਗੇ ਨਾਲੋਂ ਜ਼ਿਆਦੀ ਹੁੰਦੀ ਹੈ। ਪਹਿਲੇ ਨਾਲੋਂ ਦੂਜੇ ਦਿਨ ਤਕੜਾਈ ਜ਼ਿਆਦਾ ਹੈ, ਪਕਿਆਈ ਜ਼ਿਆਦਾ ਹੈ, ਤੀਜੇ ਦਿਨ ਉਸ ਤੋਂ ਵੀ ਜ਼ਿਆਦੀ ਹੈ, ਚੌਥੇ ਦਿਨ ਉਸ ਤੋਂ ਵੀ ਜ਼ਿਆਦੀ ਹੈ। ਬੜੀ ਚਾਤੁਰਤਾ ਦੇ ਨਾਲ, ਬੜੀ ਚਲਾਕੀ ਦੇ ਨਾਲ ਇਹ ਔਰੰਗਜ਼ੇਬ ਆਪਣੇ ਸਿਪਾਹੀਆਂ ਦੇ ਕਰਕੇ ਸਾਡੇ ਉੱਪਰ ਪਹਿਰਾ ਲਾ ਕੇ ਬੈਠਾ ਹੈ। ਨਾ ਕੈਸੇ ਅਬ ਨਿਕਸਨ ਪਾਈ। ਤੇ ਮਹਾਰਾਜ ਹੁਣ ਅਸੀਂ ਨਿਕਲ ਨਹੀਂ ਸਕਦੇ ਔਰ ਨਿਕਲਿਆ ਵੀ ਨਹੀਂ ਜਾਣਾ। ਹੁਣ ਔਰੰਗਜ਼ੇਬ ਨੇ ਛੱਡਣਾ ਨਹੀਂ ਹੈ, ਇਹ ਹੁਣ ਸ਼ਹੀਦ ਕਰੇਗਾ ਵਾਰੀ ਵਾਰੀ ਸਾਰਿਆਂ ਨੂੰ। ਭਾਈ ਮਤੀ ਦਾਸ ਤੇ ਮਗਰੋਂ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ, ਇਹ ਮਹਾਰਾਜ ਦੇ ਸਿੱਖ ਨਾਲ ਨੇ ਉਸ ਵੇਲੇ। ਇਹ ਕਹਿਣ ਲੱਗੇ ਮਹਾਰਾਜ ਹੁਣ ਵਾਰੀ ਵਾਰੀ ਸਾਰਿਆਂ ਦੀ ਸ਼ਹੀਦੀ ਦਾ ਸਮਾਂ ਹੈ। ਸੁਣ ਕਰ ਕਹਿਓ ਚਾਹੋ ਜੇ ਜਾਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸੁਣ ਕੇ ਕਹਿਣ ਲੱਗੇ, ਗੁਰੂ ਕਿਉ ਸਿੱਖੋ, ਤੁਹਾਨੂੰ ਸ਼ਹੀਦੀ ਦੇਣ ਦੀ ਲੋੜ ਨਹੀਂ ਹੈ। ਜੇ ਤੁਸੀਂ ਜਾਣਾ ਚਾਹੁੰਦੇ ਹੋ ਨਾ ਤੇ ਤੁਹਾਡੀ ਮਰਜ਼ੀ ਹੈ। ਜੇ ਤੁਸੀਂ ਨਹੀਂ ਇੱਥੇ ਦਿੱਲੀ ਵਿੱਚ ਰਹਿਣਾ ਚਾਹੁੰਦੇ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਤੇ ਤੁਸੀਂ ਜਾ ਸਕਦੇ ਜੇ, ਅਸੀਂ ਤੁਹਾਨੂੰ ਆਗਿਆ ਦਿੰਦੇ ਹਾਂ, ਛੁੱਟੀ ਦਿੰਦੇ ਹਾਂ। ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਹੈ। ਤੋ ਅਬ ਨਿਸਮੈ ਕਰੋ ਪਿਆਨਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਜਾਣਾ ਚਾਹੁੰਦਾ ਨਾ ਉਹ ਜਾ ਸਕਦਾ ਹੈ। ਹੁਣ ਮੌਕਾ ਹੈ, ਅਸੀਂ ਤੁਹਾਨੂੰ ਜਾਣ ਦਾ ਹੁਕਮ ਦਿੰਦੇ ਹਾਂ। ਜੇ ਜਾਣਾ ਚਾਹੁੰਦੇ ਹੋ ਤੇ ਚਲੇ ਜਾਣਾ ਕਰੋ। ਕੈਦ ਤੁਰਕ ਕੀ ਤਜ ਨਿਕਸੀ ਜੈ। ਤੁਸੀਂ ਇਸ ਕੈਦ ਨੂੰ ਛੱਡ ਕੇ ਹੁਣ ਤੁਸੀਂ ਤਜ ਕੇ ਕੈਦ ਨੂੰ, ਕੈਦਖਾਨੇ ਨੂੰ ਜਾ ਸਕਦੇ ਹੋ। ਜਦੋਂ ਮਹਾਰਾਜ ਨੇ ਬਚਨ ਕੀਤਾ ਨਾ, ਕਹਿਣ ਲੱਗੇ, ਚੌਵਾਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਨਹੀਂ, ਅਸੀਂ ਆਪ ਜੀ ਦੇ ਨਾਲੋਂ ਅਲੱਗ ਨਹੀਂ ਹੋਣਾ ਚਾਹੁੰਦੇ। ਮਹਾਰਾਜ ਅਸੀਂ ਮੌਤ ਨੂੰ ਵੇਖ ਕੇ ਡਰਨਾ ਨਹੀਂ ਚਾਹੁੰਦੇ, ਭੱਜਣਾ ਨਹੀਂ ਚਾਹੁੰਦੇ, ਅਸੀਂ ਤੇ ਇੱਥੇ ਤੁਹਾਡੇ ਕੋਲ ਹੀ ਕੁਰਬਾਨ ਹੋਣਾ ਚਾਹੁੰਦੇ। ਮਹਾਰਾਜ ਨੇ ਵਾਰ-ਵਾਰ ਸਮਝਾਇਆ, ਕਹਿਣ ਲੱਗੇ ਨਹੀਂ, ਤੁਹਾਡਾ ਜਾਣਾ ਬਣਦਾ ਹੈ, ਸ਼ਹੀਦੀ ਅਸੀਂ ਆਪੇ ਦੇ ਦੇਣੀ ਹੈ, ਤੁਸੀਂ ਚਲੇ ਜਾਓ, ਤੁਹਾਨੂੰ ਪੰਥ ਦੀ ਲੋੜ ਹੈ, ਪੰਥ ਨੂੰ ਤੁਹਾਡੀ ਲੋੜ ਹੈ। ਉਸ ਵੇਲੇ 2 ਸਿੱਖ ਤੇ ਫਿਰ ਮਹਾਰਾਜ ਦਾ ਬਚਨ ਮੰਨ ਗਏ। ਕਹਿਣ ਲੱਗੇ ਠੀਕ ਹੈ ਮਹਾਰਾਜ, ਜੇ ਤੁਸੀਂ ਆਖਦੇ ਹੋ ਤੇ ਅਸੀਂ ਚਲੇ ਜਾਂਦੇ। ਤੇ ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਇਹ ਨਹੀਂ ਮੰਨੇ, ਕਹਿਣ ਲੱਗੇ ਨਹੀਂ ਮਹਾਰਾਜ, ਅਸੀਂ ਨਹੀਂ ਜਾਣਾ, ਅਸੀਂ ਤੇ ਤੁਹਾਡੇ ਨਾਲ ਹੀ ਕੁਰਬਾਨ ਹੋਣਾ ਹੈ। ਸੋ ਇਹ 2 ਸਿੱਖ ਜਿਹੜੇ ਨੇ ਇਹ ਮਹਾਰਾਜ ਦੇ ਨਾਲ ਕੁਰਬਾਨੀ ਦੇਣ ਵਾਸਤੇ ਤਿਆਰ ਨੇ ਵੀ ਅਸੀਂ ਤੇ ਕੁਰਬਾਨ ਹੋਵਾਂਗੇ, ਜਾਵਾਂਗੇ ਨਹੀਂ। ਇਸ ਤਰ੍ਹਾਂ ਬਚਨ ਕਰਦੇ ਹਨ। ਚਲੇ ਜਾਓ ਨਿਜ ਘਰ ਸੁਖ ਲੀਜੈ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਿੰਨੇ ਜਾਣਾ ਭਾਈ ਚਲੇ ਜਾਓ, ਆਪਣੇ ਘਰ ਵਿੱਚ ਜਾ ਕੇ ਸੁਖ ਲਓ, ਸਾਡੇ ਨਾਲ ਕੁਰਬਾਨ ਹੋਣ ਦੀ ਲੋੜ ਨਹੀਂ ਹੈ। ਸੁਣ ਸਿੱਖਿਆਨ ਜਨ ਮਨ ਡਰ ਉਸ ਹੋਲੇ। ਵੇਲੇ ਜਿਹੜੇ ਸਿੱਖ ਸਨ ਸੁਣ ਕੇ ਮਹਾਰਾਜ ਦੇ ਬਚਨ ਤੇ ਫਿਰ ਕਹਿਣ ਲੱਗੇ ਹਨ, ਬੋਲੇ ਤਬ ਸ਼ਰਧਾ ਤੇ ਡੋਲੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਫਿਰ ਬੇਨਤੀ ਕਰਦੇ। ਮਹਾਰਾਜ ਨੇ ਤੇ ਆਗਿਆ ਦਿੱਤੀ ਹੈ ਵੀ ਜਾਓ, ਚਲੇ ਜਾਓ ਜਿੰਨੇ ਜਾਣਾ। ਪਰ ਹੁਣ ਸਿੱਖ ਅੱਗੋਂ ਕੀ ਸਵਾਲ ਜਵਾਬ ਕਰਦੇ ਮਹਾਰਾਜ ਜੀਆਂ ਨੂੰ, ਕਿਵੇਂ ਰਹਿਣ ਵਾਸਤੇ ਆਖਣਗੇ, ਸਿੱਖਾਂ ਦੀ ਸ਼ਹੀਦੀ ਕਿਵੇਂ ਹੋਵੇਗੀ ਵਾਰੀ ਵਾਰੀ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਕੱਲ੍ਹ ਨੂੰ ਆਪ ਸੰਗਤਾਂ ਨੇ ਫਿਰ ਸਮੇਂ ਸਿਰ ਪਹੁੰਚ ਕੇ ਭਾਈ ਸਤੀ ਦਾਸ ਦੀ, ਭਾਈ ਦਿਆਲਾ ਜੀ ਦੀ ਕਿਵੇਂ ਸ਼ਹੀਦੀ ਹੁੰਦੀ ਹੈ ਉਹ ਆਪਾਂ ਬਚਨ ਸਰਵਣ ਕਰਾਂਗੇ। ਅਤੇ ਫਿਰ ਪਾਤਸ਼ਾਹ ਜੀ ਕੀ ਭਾਣਾ ਵਰਤਾਉਂਦੇ ਨੇ ਉਹ ਵੀ ਬਚਨ ਸਰਵਣ ਕਰਾਂਗੇ। ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਥਾ ਸੁਣਾਂਗੇ। ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਲੇਖਾ ਕਤੈ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ।